क्योंकि बेसिकली हुण जिहड़ी इलैक्शन हो रही है 2 जून नूं इलैक्शन होनी है ਤੇ ਲਾਸਟ ਟਾਈਮ ਜਿਹੜੇ ਹੋਏ ਸੀ ਮੇਜਰ 4 ਪਾਰਟੀਆਂ ਹੈਗੀਆਂ ਨੇ, ਮੇਜਰ 3 ਹੈ, ਚੌਥੀ ਚਲੋ ਗ੍ਰੀਨ ਪਾਰਟੀ ਬਹਿੰਦੀ, ਉਹ ਤੋਂ ਇਲਾਵਾ ਵੀ ਕੈਂਡੀਡੇਟ ਖੜੇ ਹੁੰਦੇ। ਪਿਛਲੀ ਵਾਰੀ ਮੈਜੋਰਟੀ ਜਿਹੜੀ ਗਵਰਨਮੈਂਟ ਸੀ ਉਹ ਪੀਸੀ ਪਾਰਟੀ ਦੀ ਹੈਗੀ ਆ, ਡਗ ਫੋਰਡ ਦੀ ਲੀਡਰਸ਼ਿਪ 'ਚ, ਤੇ 76 ਸੀਟਸ ਇਹਨਾਂ ਕੋਲ ਸੀਗੀਆਂ। ਸੈਕੰਡ ਨੰਬਰ ਤੇ ਸੀਗੀ ਐਨਡੀਪੀ ਅਬਾਊਟ 40 ਸੀਟਸ, ਔਰ ਲਿਬਰਲ ਕੋਲ ਸਿਰਫ 7 ਸੀਟ ਸੀਗੀਆਂ। ਉਸ ਟਾਈਮ ਲਿਬਰਲ ਦਾ ਕਾਫੀ ਗ੍ਰਾਫ ਡਾਊਨ ਸੀ। ਤੇ ਹੁਣ ਫੇਰ ਉਹੀ ਹੈ ਕਿ ਹੁਣ ਇਹਨਾਂ ਚੋਂ ਕਿਹੜੀ ਪਾਰਟੀ ਅੱਗੇ ਆਏਗੀ, ਕਿਉਂ ਨਹੀਂ ਜਿੱਤੇਗੀ, ਕੀ ਹੋਏਗਾ। ਸੋ 2 ਇਸ਼ੂ ਤੇ ਆਪਾਂ ਇਹਨਾਂ ਤੇ ਵਿਚਾਰ ਕਰਾਂਗੇ, ਡਿਸਕਸ ਕਰ ਲਿਆ, ਬਰੀਫਲੀ ਕਰਾਂਗੇ। ਹੁਣ ਵੀ ਜੋ ਨੰਬਰ ਆ ਰਹੇ ਨੇ, ਜੋ ਬੇਸਿਕਲੀ ਹੈ ਉਹ ਚ ਪੀਸੀ ਨੂੰ ਅੱਗੇ ਦਿਖਾਇਆ ਜਾ ਰਿਹਾ, ਅਬਾਊਟ 36% ਦੇ ਆਸ-ਪਾਸ ਹੈਗਾ, ਤੇ ਲਿਬਰਲ ਨੂੰ ਮੇਰੇ ਖਿਆਲ 27% ਦੇ ਆਸ-ਪਾਸ, ਔਰ ਐਨਡੀਪੀ ਨੂੰ 23%, ਪਰ ਸੀਟਾਂ ਦੇ ਵਿੱਚ ਐਨਡੀਪੀ ਨੂੰ ਲਿਬਰਲ ਤੋਂ ਉੱਪਰ ਦਿਖਾਇਆ ਜਾ ਰਿਹਾ। ਸੋ ਇਹ ਬੇਸਿਕ ਪੋਜੀਸ਼ਨ ਹੈਗੀ ਹੈ। ਸੋ ਮੇਰੇ ਖਿਆਲ ਹੈ ਆਪਾਂ ਬਰੀਫਲੀ ਥੋੜਾ ਪਹਿਲੇ 2 ਇਸ਼ੂ ਪਹਿਲਾਂ ਤੇ ਕਿ ਓਵਰਆਲ ਕੀ ਤੁਸੀਂ ਪੋਜੀਸ਼ਨ ਸਮਝਦੇ ਹੋ ਵੀ ਕਿਹੜੀ ਗਵਰਨਮੈਂਟ ਜਿੱਤੇਗੀ, ਕਿਹੜੀ ਪਾਰਟੀ ਜਿੱਤੇਗੀ, ਔਰ ਕੀ ਚਾਂਸਸ ਨੇ, ਜਾਂ ਜੇ ਲਿਬਰਲ ਵੱਲੋਂ ਜੇ ਹੈ ਉਹਨਾਂ ਦੇ ਬਈ ਉਹਨਾਂ ਨੂੰ ਕੀ ਲੱਗਦਾ ਅਸੀਂ ਵੀ ਜਿੱਤਾਂਗੇ, ਜਾਂ ਜੇ ਨਹੀਂ ਜਿੱਤਾਂਗੇ ਤਾਂ ਕੀ ਕਾਰਨ ਅਸੀਂ ਨਹੀਂ ਜਿੱਤ ਸਕਦੇ। ਤੇ ਸੈਕੰਡ ਇਸ਼ੂ 'ਚ ਆਪਾਂ ਦੇਖ ਲਾਂਗੇ ਕਿ ਪੰਜਾਬੀ ਆਪਣੇ ਕਿੰਨੇ ਤੇ ਉਹਨਾਂ ਦੀ ਕੀ ਕੰਟਰੀਬਿਊਸ਼ਨ ਤੇ ਕੀ ਆਪਣਾ ਉਹਨਾਂ ਦੀ ਪੋਜੀਸ਼ਨ ਹੋ ਸਕਦੀ ਹੈ। ਸੋ ਗਿੱਲ ਸਾਹਿਬ ਤੁਹਾਡੇ ਤੋਂ ਸ਼ੁਰੂ ਕਰ ਲੈਂਦੇ ਆ, ਤੁਸੀਂ ਤਾਂ ਜਨਰਲ ਪਾ ਦੋਗੇ, ਤੁਸੀਂ ਪਾਰਟੀ ਵੱਲੋਂ ਨਹੀਂ, ਐਸੇ ਜਨਰਲ ਰਿਪਰੈਜ਼ੈਂਟ ਫੀਡਬੈਕ ਸਟਾਰਟ ਕਰ ਦਿਓ, ਤੇ ਫਿਰ ਆਪਣਾ ਲਿਬਰਲ ਵੱਲੋਂ ਸੁਖਪਾਲ ਜੀ ਵੱਲੋਂ ਹੋ ਜਾਣਗੇ ਤੇ ਪੀਸੀ ਵੱਲੋਂ ਸੋਢੀ ਸਾਹਿਬ ਹੋ ਜਾਣਗੇ। ਥੈਂਕ ਯੂ ਚੀਮਾ ਸਾਹਿਬ। ਜਿਹੜਾ ਇੰਟਰਵਿਊ ਦਾ ਹੈਗਾ 3 ਦਿਨ ਹੋਰ ਹੈਗੀ ਆ, ਚੌਥੇ ਦਿਨ ਥਰਸਡੇ ਨੂੰ ਇਲੈਕਸ਼ਨ ਹੈਗੀ ਆ, ਤਾਂ ਹੋਪਫੁਲੀ ਲਾਈਕ ਜਿਹੜੇ ਅੱਜ ਦੇ ਰੁਝਾਨ ਹੈਗੇ ਜਾਂ ਪਿਛਲੇ ਟਾਈਮ ਦਾ ਸਾਰੇ 4 ਸਾਲਾਂ ਦਾ ਵਕਫੇ ਤਾਂ ਵੇਖਿਆ ਜਾਵੇ, ਉਸ ਦੇ ਹਿਸਾਬ ਨਾਲ ਹਲੇ ਤਾਂ ਪੀਸੀ ਪਾਰਟੀ ਥੋੜੀ ਜਿਹੀ ਅੱਗੇ ਚੱਲ ਰਹੀ ਹੈਗੀ ਆ, ਤੇ ਉਹਦੇ ਗਵਰਨਮੈਂਟ ਬਣਾਉਣ ਦੇ ਪੂਰੇ ਚਾਂਸਸ ਹੈਗੇ ਆ। ਬਾਕੀ ਉਹੀ ਆ ਵੀ ਹਲੇ 3 ਦਿਨਾਂ 'ਚ ਵੀ ਕਈ ਵਾਰੀ ਕੋਈ ਚੇਂਜ ਵੀ ਆ ਸਕਦੀ ਹੈਗੀ ਆ। ਯੂ ਡੋਂਟ ਨੋ ਇਫ ਐਨੀਬਡੀ ਮੇਕ ਅ ਮਿਸਟੇਕ, ਉਹਦੇ ਨਾਲ ਇਸ ਚੀਜ਼ਾਂ 'ਚ ਫਰਕ ਵੀ ਪੈਂਦਾ ਹੈਗਾ। ਪਰ ਜੇ ਅਸੀਂ ਪਿਛਲੇ ਮਹੀਨੇ ਦਾ ਸਾਰਾ ਰੁਝਾਨ ਵੇਖਿਆ, ਉਹ ਸੇਮ ਜਿਹਾ ਹੀ ਚੱਲ ਰਿਹਾ ਹੈਗਾ, ਉਹਦੇ 'ਚ ਬਾਹਲਾ ਫਰਕ ਨਹੀਂ ਪਿਆ ਹੈਗਾ। ਤੇ ਉਸ ਦੇ ਨਾਲ ਜਿਹੜਾ ਲਿਬਰਲ ਦਾ ਹੈਗਾ, ਲਿਬਰਲ ਨੇ ਅੱਗੇ ਨਾਲੋਂ ਕਾਫੀ ਪਿਕਅਪ ਕੀਤਾ ਹੈਗਾ, ਜਦੋਂ ਕਿ ਪਿਛਲੇ 18 ਦੇ ਵਿੱਚ ਉਹ ਬਿਲਕੁਲ ਸਿਮਟ ਕੇ ਚਲੇ ਗਏ ਸੀਗੀ, ਈਵਨ ਥਰਡ ਪਾਰਟੀ ਸਟੇਟਸ ਵੀ ਨਹੀਂ ਉਹਨਾਂ ਕੋਲੇ ਸੀਗਾ। ਤਾਂ ਉਸ ਦੇ ਨਾਲ ਉਹੀ ਵੋਟ ਜਿਹੜੀ ਸੀਗੀ ਉਹ ਐਨਡੀਪੀ ਨੂੰ ਗਈ ਸੀਗੀ, ਉਹਦੇ ਕਰਕੇ ਉਹਨਾਂ ਨੂੰ 40 ਸੀਟਾਂ ਜਿਹੜੀਆਂ ਤੁਸੀਂ ਡਿਸਕ੍ਰਾਈਬ ਕੀਤੀਆਂ ਮਿਲੀਆਂ ਹੈਗੀਆਂ। ਹੁਣ ਇਸ ਸਾਲ ਜਿਹੜੀ ਉਹਨਾਂ ਦੀ ਆਪਦੀ ਵੋਟ ਬੈਂਕ ਹੈਗੀ ਆ, ਜਦੋਂ ਦਾ ਮੈਨੂੰ ਲੱਗਦਾ ਸਟੀਵਨ ਡੂਕਾ 2020 ਦਾ ਲੀਡਰ ਬਣਿਆ ਹੈਗਾ, ਉਹਨੇ ਥੋੜਾ ਜਿਹਾ ਕੰਮ ਧੰਦਾ ਕੀਤਾ ਹੈਗਾ, ਉਹਨੇ ਆਪਦੀ ਜਿਹੜੀ ਵੋਟ ਬੈਂਕ ਹੈਗੀ ਆ ਉਹ ਵਾਪਸ ਲਿਆਉਣ ਦੀ ਕੋਸ਼ਿਸ਼ 'ਚ ਹੈਗਾ। ਉਹਦੇ ਕਰਕੇ ਉਦੋਂ ਯਾਨੀ ਕਿ ਜਿਹੜੀ ਪਰਸੈਂਟੇਜ ਆ ਉਹ ਅੱਗੇ ਨਾਲੋਂ ਇਹ ਬੈਟਰ ਹੈਗੀ ਆ। ਉਹਦੇ ਹਿਸਾਬ ਨਾਲ ਲੱਗਦਾ ਹੈਗਾ ਵੀ ਸ਼ਾਇਦ ਉਹ ਅੱਗੇ ਨਾਲੋਂ ਵੱਧ ਸੀਟਾਂ ਲੈ ਕੇ ਜਾਣਗੇ। ਤੇ ਉਸ ਦੇ ਨਾਲ ਇਹ ਹੈਗਾ ਵੀ ਜਿਹੜੀ ਐਨਡੀਪੀ ਪਾਰਟੀ ਹੈਗੀ ਆ, ਜਿਹੜੀ ਕਿ ਐਂਡਰੀਆ ਹਾਰਵਰਡ ਹੈਗੀ ਆ, ਇਹ ਉਹਦੀ ਚੌਥੀ ਇਲੈਕਸ਼ਨ ਐਜ਼ ਏ ਲੀਡਰ ਹੈਗੀ ਆ। ਤਾਂ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਵੀ ਪਿਛਲੇ ਕਾਫੀ ਟਾਈਮ ਤੋਂ ਵੀ ਇਹਨੇ ਇੰਨੇ ਅਗਰੈਸਿਵਲੀ ਕੰਮ ਨਹੀਂ ਕੀਤਾ, ਜਦੋਂ ਇਹ ਆਫੀਸ਼ੀਅਲ ਓਪੋਜੀਸ਼ਨ 'ਚ ਸੀਗੀ, ਤਾਂ ਉਸ ਕਰਕੇ ਉਹਨਾਂ ਦਾ ਉਹ ਜਿਹੜਾ ਥੋੜਾ ਮੋਟਾ ਗ੍ਰਾਫ ਦੇ ਵਿੱਚ ਗਿਰਾਵਟ ਆਈ ਹੈਗੀ ਆ, ਉਹਦੇ ਨਾਲ ਉਹ ਸੀਟਾਂ ਲੂਜ਼ ਵੀ ਕਰਨਗੇ। ਤਾਂ ਇਸ ਦੇ ਹਿਸਾਬ ਨਾਲ ਹਾਲ ਦੀ ਘੜੀ ਇਹੀ ਹੈਗਾ ਵੀ ਡਗ ਫੋਰਡ ਦੀ ਜਿਹੜੀ ਗਵਰਨਮੈਂਟ ਹੈਗੀ ਆ ਦੁਬਾਰਾ ਬਣ ਕੇ ਆਊਗੀ 2 ਜੂਨ ਤੋਂ ਬਾਅਦ। ਸੋਢੀ ਸਾਹਿਬ ਮੈਂ ਤੁਹਾਡੇ ਵੱਲ ਆਵਾਂ, ਪਰ ਮੈਂ ਪਹਿਲਾਂ ਜਾਣਾ ਚਾਹੂੰਗਾ ਸੁਖਪਾਲ ਜੀ ਵੱਲ, ਕਿਉਂਕਿ ਮੈਨੂੰ ਲੱਗਦਾ ਗਵਰਨਮੈਂਟ ਕਿਉਂਕਿ ਪੀਸੀ ਦੀ ਬਣ ਰਹੀ ਹੈ, ਤੁਸੀਂ ਤਾਂ ਪਤਾ ਹੀ ਤੁਹਾਡੀ ਗੱਲ ਸੇਫ ਇਸ ਪਾਸੋਂ। ਤੇ ਸੁਖਪਾਲ ਜੀ ਤੁਸੀਂ ਦੱਸੋ ਕਿ ਇਹ ਵਾਕਈ ਸਹੀ ਹੈ ਜਾਂ ਲਿਬਰਲ ਵੀ ਅਪਸੈਟ ਕਰ ਸਕਦੀ, ਲਿਬਰਲ ਅਜੇ ਵੀ ਗਵਰਨਮੈਂਟ ਬਣਾ ਸਕਦੀ ਹੈ? ਜੇ ਨਹੀਂ ਬਣਾ ਸਕਦੀ ਤਾਂ ਕੀ ਕਾਰਨ ਹੈਗੇ ਆ? ਦੇਖੋ ਜੀ, ਕਾਰਨ ਤਾਂ ਕਈ ਹੈਗੇ, ਮਤਲਬ ਓਵਰਆਲ ਦੇਖਿਆ ਜਾਵੇ ਜਾਂ ਸਾਡੇ ਐਸੈਕਸ ਰੀਜਨ 'ਚ ਦੇਖਿਆ ਜਾਵੇ, ਓਵਰਆਲ ਤਾਂ ਇਸ ਟਾਈਮ ਤੇ ਲੱਗਦਾ ਪਿਆ ਹੈਗਾ ਵੀ ਡਗ ਫੋਰਡ ਹੀ ਬਣਾ ਰਿਹਾ। ਤੇ ਹੁਣ ਮੈਂ ਲਿਬਰਲ ਤੇ ਆਉਣਾ ਹੈਗਾ, ਜਿੱਦਾਂ ਮੈਂ ਸਾਰੇ ਪ੍ਰੋਵਿੰਸ ਦਾ ਤਾਂ ਨਹੀਂ ਕਹੂੰਗਾ, ਬਰੈਂਪਟਨ ਬਾਰੇ, ਟੋਰਾਂਟੋ GTA ਬਾਰੇ, ਬਟ ਆਪਣੇ ਏਰੀਆ ਵੀ ਦੇਖਦੇ ਪਏ ਇੱਥੇ ਥੋੜੀ ਜਿਹੀ ਮਤਲਬ ਜਿਹਨੂੰ ਕਹਿੰਦੇ ਵੀ ਡਿਸਕਨੈਕਟ ਹੈਗਾ, ਜਿੱਦਾਂ ਜਿਹੜੇ ਕੈਂਡੀਡੇਟ ਹੈਗੇ ਉਨੇ ਅਗਰੈਸਿਵ ਨਹੀਂ ਹੈਗੇ। ਹੁਣ ਅਸੀਂ ਵੀ ਕੰਪੇਅਰਿੰਗ ਕਰਦੇ ਹਾਂ, ਬਟ ਉਨੇ ਅਗਰੈਸਿਵਨੈਸ ਨਹੀਂ, ਜਾਂ ਤਾਂ ਲੈਕ ਆਫ ਫੰਡਸ ਆ, ਜਾਂ ਉਹਨਾਂ ਦੀ ਸਟ੍ਰੈਟਜੀ ਕੁਛ ਹੋਰ ਹੈਗੀ ਆ, ਜਾਂ ਕੋਈ ਬੰਦਾ ਹੋਰ ਓਵਰਵੈਲਮ ਕਰਦਾ ਹੈਗਾ। ਜੇ ਆਪਣੇ ਵਿੱਚ ਇੱਕ ਦੂਜਾ ਐਨਡੀਪੀ ਦਾ ਏਰੀਆ, ਠੀਕ ਹੈ, ਕਿਉਂਕਿ ਮੋ ਟਾਊਨ ਹੈਗਾ, ਇੱਥੇ ਯੂਨੀਅਨਸ ਹੈਗੀਆਂ, ਉਹਦੇ ਕਰਕੇ ਲਿਬਰਲ ਨੂੰ ਸਿਟ ਬੈਕ ਬਹਿੰਦਾ ਹੈਗਾ। ਬਟ ਜੇ ਆਪਾਂ ਐਗਰੈਸਿਵਲੀ ਜਾਂ ਕੋਈ ਸਟ੍ਰੈਟਜੀ ਹੋਵੇ, ਲੌਂਗ ਟਰਮ ਵਿੱਚ ਕੋਈ ਕੈਂਡੀਡੇਟ ਹੋਵੇ, ਉਹਦੇ ਆਪਾਂ
ਸੀਟ ਕੱਢ ਵੀ ਸਕਦੇ ਆ। ਮੈਂ 3 ਸੀਟਾਂ ਦੀ ਗੱਲ ਕਰਦਾ, ਐਸਐਕਸ ਹੋ ਗਿਆ, ਵਿੰਦਰ ਟਕਮਸੀ ਹੋ ਗਿਆ, ਸਾਡੇ ਵਾਲਾ ਹੋ ਗਿਆ, ਵਿੰਦਰ ਵੈਸਟ ਹੋ ਗਿਆ। ਹਾਂਜੀ ਹਾਂਜੀ ਸੋਢੀ ਸਾਹਿਬ, ਕਿਉਂਕਿ ਮੈਨੂੰ ਲੱਗਦਾ ਕਿਉਂਕਿ ਤੁਸੀਂ ਬਹੁਤ ਚੰਗੇ ਐਕਟਿਵ ਹੈਗੇ ਹੋ ਪੀਸੀ ਪਾਰਟੀ ਦੇ ਵਿੱਚ, ਤੇ ਜਦੋਂ ਗਵਰਨਮੈਂਟ 'ਚ ਵੀ ਹੈਗੇ ਤੇ ਲੱਗਦਾ ਹੁਣ ਗਵਰਨਮੈਂਟ ਫਿਰ ਸਾਰੇ ਪ੍ਰੋਜੈਕਸ਼ਨ ਇਹੀ ਆ ਕੇ ਗਵਰਨਮੈਂਟ ਤੁਹਾਡੀ ਬਣ ਰਹੀ ਹੈ। ਕੀ ਫੀਲ ਕਰਦੇ ਹੋ, ਤੁਹਾਨੂੰ ਕੀ ਸਮਝਦੇ ਹੋ ਕਿ ਕਿਹੜੇ ਕਾਰਨ ਹੈ ਕਿ ਪੀਸੀ ਪਾਰਟੀ ਇਸੇ ਕਰਕੇ ਦੁਆਰਾ ਗਵਰਨਮੈਂਟ 'ਚ ਆ ਰਹੀ ਹੈ, ਜਾਂ ਆਪਣੀ ਸਟਰੈਂਥ ਦੇ ਬੇਸ ਤੇ ਆ ਰਹੀ ਕਿ ਆਪੋਜੀਸ਼ਨ ਦੇ ਕੈਂਡੀਡੇਟ ਦੋਨੋਂ ਹੀ ਵੀਕ ਨੇ, ਡੈਲ ਡੂਕਾ ਵੀ ਤੇ ਦੋਨੋਂ ਵੀਕ ਨੇ, ਇਸ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਦੁਆਰਾ ਆ ਰਹੇ? ਨਹੀਂ, ਮੈਂ ਤਾਂ ਪਹਿਲਾਂ ਤੁਹਾਡਾ ਚੀਮਾ ਸਾਹਿਬ ਤੁਹਾਡਾ ਧੰਨਵਾਦ, ਬਾਕੀ ਸਾਰੇ ਜਿੰਨੇ ਵੀ ਪੈਨਲ ਦੇ ਉੱਤੇ ਆਏ ਸਾਰਿਆਂ ਦਾ ਧੰਨਵਾਦ ਹੈ। ਬਈ ਅਸੀਂ ਸਰਕਾਰ ਬਣਾ ਰਹੇ ਹਾਂ ਕੀਤੇ ਹੋਏ ਕੰਮਾਂ ਦੇ ਬੇਸ ਤੇ, ਕਮਿਟਮੈਂਟ ਦੇ ਬੇਸ ਤੇ। ਜੋ ਪਿਛਲੇ 4 ਸਾਲਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਕੋਵਿਡ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ, ਇਟਸ ਵਨ ਪਾਰਟ। ਦੂਜਾ ਪਾਰਟ ਗਰੋਥ, ਤੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ, ਹੁਣ ਨੌਕਰੀਆਂ ਵੱਧ ਨੇ, ਬੰਦੇ ਘੱਟ ਨੇ। ਇਹ ਓਨਟਾਰੀਓ ਦੀ ਪੋਜੀਸ਼ਨ ਅੱਜ ਦੀ। ਸੋ ਇੱਕ ਤਾਂ ਇਹ ਦੂਜਾ ਫੈਕਟਰ ਹੋ ਗਿਆ। ਤੀਜਾ ਫੈਕਟਰ ਜਿਹੜਾ ਤੁਸੀਂ ਬਿਲਕੁਲ ਪੁਆਇੰਟ ਟੱਚ ਕੀਤਾ ਕਿ ਜਿਹੜੀ ਆਪੋਜੀਸ਼ਨ ਦੀ ਲੀਡਰਸ਼ਿਪ ਹੈ ਉਹ ਦੋਨੋਂ ਪਾਸਿਓਂ ਕਾਫੀ ਵੀਕ ਹੈ। ਤੇ ਐਂਡਰੀਆ ਹਾਵਰਥ ਚੌਥੀ ਵਾਰੀ ਰਨ ਕਰ ਰਹੇ ਆ, ਸ਼ੀ ਹੈਵ ਸੀਨ ਹਰ ਪੀਕਸ। ਤੇ ਡੈਲ ਡੂਕਾ ਕੈਥਲੀਨ ਵੇਨ ਨੂੰ ਅਸੀਂ ਪਹਿਲਾਂ ਵੀ, ਮੇਰੇ ਖਿਆਲ ਮੇਰੀ ਮੁਲਾਕਾਤ ਉਹਨਾਂ ਨਾਲ ਉਹਨਾਂ ਦੇ ਆਫਿਸ ਦੇ ਵਿੱਚ ਹੋਈ ਸੀ, ਤੇ ਉੱਥੇ ਇਹ ਗੱਲ ਆਪਾਂ ਕਿਸੇ ਸੋਸ਼ਲ ਇਸ਼ੂਜ਼ ਦੇ ਉੱਤੇ, ਤੇ ਉਦੋਂ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਲੋਕਾਂ ਦੀ ਮੰਨ ਨਹੀਂ ਮੰਨਦੇ ਤਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾ ਜਿਹੜਾ ਹੈ ਤੁਹਾਡਾ ਜਿਹੜਾ ਤਖਤ ਹੈ ਉਹ ਹਿੱਲੇ ਤੇ ਤੁਸੀਂ ਹਾਰੋ। ਇਹ ਫੇਸ ਟੂ ਫੇਸ ਉਹਨਾਂ ਦੇ ਆਫਿਸ ਦੀ ਗੱਲ, ਮੇਰੀ ਪਰਸਨਲੀ ਮੇਰਾ ਜਵਾਬ ਦਿੱਤਾ ਵਾ ਉਹਨਾਂ ਨੂੰ। ਤੇ ਉਸ ਤੋਂ ਇਲਾਵਾ ਰਿਜ਼ਾਈਨ ਕੈਥਲੀਨ ਵੇਨ ਇਜ਼ ਅ ਫਰਸਟ ਸਟੇਟਮੈਂਟ ਮੇਡ ਬਾਏ ਮੀ। ਐਂਡ ਉਸ ਤੋਂ ਬਾਅਦ ਦੇਖੋ ਸਮਾਂ ਬਦਲਦਾ ਗਿਆ, ਅਸੀਂ ਪ੍ਰੋਵਿੰਸ਼ਲੀ ਨਹੀਂ ਮੈਂ ਰਨ ਕਰ ਸਕਿਆ, ਬਟ ਅਸੀਂ ਜਿਹੜੀ ਆਪਣੀ ਚਾਲ ਜਿਹੜੀ ਆ ਪਾਰਟੀ ਨਾਲ ਜਿਹੜੀ ਆਈਡੀਓਲੋਜੀਕਲੀ ਜੁੜੇ ਹੋਏ ਆ ਤੇ ਪਰਫਾਰਮੈਂਸ ਬੇਸਡ ਆ, ਉਹ ਹੈ। ਇੱਕ ਚੀਜ਼ ਮੈਂ ਇਹਦੇ 'ਚ ਹੋਰ ਐਡ ਕਰਦਾ, ਬਰੈਂਪਟਨ ਦੀਆਂ ਸੀਟਾਂ ਜਿਹੜੀਆਂ ਸਰਪ੍ਰਾਈਜ਼ਿੰਗਲੀ ਵੀ ਵਿਲ ਇਨਕਰੀਜ਼ ਨੰਬਰ ਆਫ ਸੀਟਸ 4 ਜਾਂ 5। ਇਹ ਇੱਕ ਥੋੜੀ ਜਿਹੀ ਮੇਰੇ ਖਿਆਲ ਹੈ ਸਰਪ੍ਰਾਈਜ਼ ਵੀ ਹੋਏਗਾ, ਤੇ ਇਟਸ ਅ ਪੋਜ਼ਿਟਿਵ ਸਰਪ੍ਰਾਈਜ਼ ਫॉर ਪੀਸੀ। ਮਿਸਾਗਾ ਤਾਂ ਪਹਿਲਾਂ ਹੀ ਸਾਡੇ ਕੋਲ ਸੀਟਾਂ ਪੂਰੀਆਂ ਸੀਗੀਆਂ। ਹਾਂ, ਪਿਛਲੀ ਵਾਰੀ 2 ਸੀਗੀਆਂ, 3 ਐਨਡੀਪੀ ਕੋਲ ਸੀਗੀਆਂ ਪਿਛਲੀ ਵਾਰੀ ਜੀ। ਤੇ ਗਿੱਲ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੋਗੇ? ਤੇ ਚੀਮਾ ਸਾਹਿਬ ਮੈਂ ਕੁਐਸਚਨ ਕਰ ਸਕਦਾ ਇੱਕ? ਮੈਂ ਸੋਢੀ ਸਾਹਿਬ ਨੂੰ ਕਹਿਣਾ, ਪੀਸੀ ਨਾਲ ਰਹਿੰਦੇ ਨੇ, ਇੱਕ ਬੜਾ ਰੌਲਾ ਪੈ ਰਿਹਾ ਕਿ ਅਸੀਂ ਹਾਈਵੇ ਬਣਾਉਣਾ 413 ਜੀ। ਅੱਛਾ, ਉਹ ਹੁਣ ਕਹਿ ਰਹੇ ਆ ਜੀ ਅਸੀਂ $86 ਬਿਲੀਅਨ ਖਰਚਾਂਗੇ ਗਾਹਾਂ 10 ਸਾਲ ਦੇ ਵਿੱਚ। ਪਿੱਛੇ ਕੀ ਕਰਦੇ ਰਹੇ ਆ 5-4 ਸਾਲ, ਤੇ ਉਹਦੇ ਵਿੱਚ ਉਹਨਾਂ ਨਾਮ ਨਹੀਂ ਲਿਆ। ਤੇ ਬਾਕੀ ਹਸਪੀਟਲਾਂ ਦਾ ਇੰਨਾ ਬੁਰਾ ਹਾਲ ਆ, ਬੰਦੇ ਚਾਹੇ ਉਹ ਟਿੱਡੋ ਸਾਹਿਬ ਮੰਗਾਈ ਜਾਂਦੇ ਨੇ, ਪਤਾ ਨਹੀਂ ਕੋਈ ਬਿਨ ਸੋਚੇ ਹੀ। ਤੇ ਤੁਹਾਡਾ ਹਸਪੀਟਲਾਂ ਦਾ ਤਾਂ ਪੱਠਾ ਹੀ ਬੈਠਿਆ ਹੋਇਆ, ਤੇ ਗੱਲਾਂ ਤੁਸੀਂ ਆਪਾਂ ਕੈਨੇਡਾ ਦੀਆਂ ਕਰਦੇ ਆ, ਤੇ ਲੋਕਾਂ ਨੂੰ ਬੇਸਮੈਂਟਾਂ 'ਚ ਬਾਲ ਕੇ ਤੁਸੀਂ ਨਾ ਤਾਂ ਸਿਸਟਮ ਨੂੰ ਕੋਈ, ਨਾ ਤੁਸੀਂ ਇਹ ਆਈ ਡੋਨਟ ਨੋ ਵਾਟ ਇਜ਼ ਹੈਪਨਿੰਗ। ਇਹ ਜਿਹੜਾ ਹਾਈਵੇ ਦੀ ਗੱਲ ਚੱਲਦੀ ਆ, ਉਹਦਾ ਕੀ ਇਸ਼ੂ ਹੈਗਾ? ਕਿਉਂ ਨਹੀਂ ਬਣ ਰਿਹਾ? ਸਰ ਜੀ, ਮੈਂ ਬਾਰੋ-ਬਾਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ, ਬਾਰੋ-ਬਾਰ। ਜਰਾ ਪੇਸ਼ੈਂਸ ਨਾਲ ਸੁਣਿਓ। 413 ਜਿਹੜਾ ਸਿੰਪਲ ਜਿਹਾ ਗੱਲ ਹੈ, ਲਿਬਰਲ ਪਾਰਟੀ ਦਾ ਇਹ ਉਹਨਾਂ ਦੇ ਏਜੰਡੇ ਤੇ ਸੀ ਸਟੱਡੀ ਕਰਨਾ ਉਹਦੀ, ਜਿਹਦੇ ਚੋਂ ਮਾਹਰ ਨੇ। ਲਿਬਰਲ ਪਾਰਟੀ ਜੇ ਤੁਸੀਂ ਸਟੱਡੀ ਕਰਾਉਣੀ ਹੈ, ਸਟੱਡੀ ਓਵਰ ਸਟੱਡੀ, ਕੀਪ ਪੇਇੰਗ ਕੰਸਲਟੈਂਟਸ, ਉਸ ਤੋਂ ਬਾਅਦ ਉਹਨੂੰ ਡੰਪ ਕਰ ਦਿਓ, ਪ੍ਰੋਜੈਕਟ ਨੂੰ ਨਵਾਂ ਫੜ ਲਓ। ਇਹ ਲਿਬਰਲ ਪਾਰਟੀ ਦਾ ਏਜੰਡਾ ਰਿਹਾ ਥਰੂ ਆਊਟ ਪਿਛਲੀਆਂ ਪਰਫਾਰਮੈਂਸ ਦੇ ਵਿੱਚ। ਤੇ ਤਕਰੀਬਨ 15 ਸਾਲ ਦੇ ਕਰੀਬ ਉਹਨਾਂ ਨੇ ਰਾਜ ਕੀਤਾ ਪਿਛਲੇ ਸਮੇਂ ਦੇ ਵਿੱਚ। ਤੇ ਬਰੈਂਪਟਨ ਨੂੰ ਲੋਲੀਪੌਪ ਤੋਂ ਇਲਾਵਾ ਮੇਰਾ ਖਿਆਲ ਨਹੀਂ ਕੁਝ ਮਿਲਿਆ। ਤੇ ਜਿਹੜਾ 413 ਗੋਇੰਗ ਬੈਕ ਟੂ ਓਰੀਜਨਲ ਕੁਐਸਚਨ ਤੁਹਾਡਾ 413 ਦੇ ਉੱਤੇ, ਇਹ ਉਹਨਾਂ ਦਾ ਏਜੰਡਾ ਸੀ ਜਿਹਨੂੰ ਆਪਾਂ ਅੱਗੇ ਮੂਵ ਫਾਰਵਰਡ ਲੈ ਕੇ ਆਏ ਆ। ਉਹਦੇ ਨਾਲ ਜਿਹੜੇ ਬੰਦੇ ਥੋੜੇ ਬਹੁਤੇ ਬਰੈਂਪਟਨ, ਕੈਲਡਨ, ਮਿਸਾਗਾ ਨੂੰ ਜਾਣਦੇ ਨੇ, ਕੈਲਡਨ ਦੇ ਉਹਦੇ ਚੋਂ ਨਿਕਲ ਕੇ ਨੇ 400 ਸੀਰੀਜ਼ ਨੂੰ ਆਪਸ ਚ ਜੋੜਨਾ, ਉਹਦੇ ਨਾਲ ਇਹ ਬਰੈਂਪਟਨ ਦੇ ਬਿਲਕੁਲ ਸਿਰ ਦੇ ਉੱਤੋਂ ਲੰਘਣਾ। ਬਿਲਕੁਲ ਉੱਥੇ ਉਹ ਕੈਲਡਨ ਦੇ ਵਿੱਚ ਜ਼ਮੀਨ, ਕੈਲਡਨ ਦਾ ਸ਼ਹਿਰ ਜਿਹੜਾ ਹੈ, ਟਾਊਨ ਆਫ ਕੈਲਡਨ ਇਜ਼ ਡਬਲ ਦ ਸਾਈਜ਼ ਕਹਿ ਲਓ ਆਫ ਬਰੈਂਪਟਨ, ਤੇ ਬਰੈਂਪਟਨ ਦੇ ਮਿਸ਼ੀਗਨ ਜੋੜ ਕੇ ਉਸ ਤੋਂ ਵੀ ਵੱਡਾ ਹੈ। ਤੇ ਉੱਥੇ ਹਜੇ ਕਾਫੀ ਫਾਰਮ ਲੈਂਡ ਹੈ, ਉੱਥੇ ਡਿਵੈਲਪਮੈਂਟ ਬਹੁਤ ਹੋਏਗੀ, ਉਹਦੇ ਨਾਲ ਇੰਪਲੋਇਮੈਂਟ ਅਪਰਚੁਨਿਟੀਜ਼ ਵਧਣਗੀਆਂ। ਜਦੋਂ ਪ੍ਰੋਜੈਕਟ ਬਣੇਗਾ ਉਦੋਂ ਵੀ ਵਧਣਗੀਆਂ। ਤੇ ਦੂਜੀ ਗੱਲ, ਜਿਹੜੇ ਆਪਣਾ ਘਰ ਬਹੁਤ ਬਣਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ, ਇੰਡਸਟਰੀਅਲ ਤੇ ਸਰਵਿਸ ਜਾਂ ਕਹਿ ਲਓ ਵੀ ਇਨਫਰਾਸਟਰਕਚਰ ਦੀ ਗਰੋਥ ਨਹੀਂ ਹੋਈ ਪਿਛਲੇ ਸਮੇਂ ਦੇ ਵਿੱਚ,
ਉਹਨੂੰ ਕੰਪਨਸੇਟ ਵੀ ਕਰੇਗਾ, ਉਹਦੇ ਨਾਲ ਇੰਪਲੋਇਮੈਂਟ ਅਪਰਚੁਨਿਟੀਆਂ ਪ੍ਰੋਜੈਕਟ ਬਣਦੇ ਵੇ ਵੀ। ਉਸ ਤੋਂ ਬਾਅਦ ਉਸ ਕੋਰੀਡੋਰ ਦੇ ਵਿੱਚ ਜਦੋਂ ਦੇਖੋ ਕੋਈ ਵੀ ਕੰਪਨੀ ਨਵੀਂ ਆਉਂਦੀ ਹੈ ਜਾਂ ਕਿਸੇ ਵੀ ਪ੍ਰੋਜੈਕਟ ਲਾਉਣਾ, ਉਹ ਕਹਿੰਦੇ ਨੇ ਵੀ ਸਾਨੂੰ ਅਸੈਸਿਬਿਲਿਟੀ ਹੋਵੇ, ਸਾਨੂੰ ਕਨੈਕਟੀਵਿਟੀ ਹੋਵੇ, ਸਾਡਾ ਜਿਹੜੇ ਗੁੱਡਸ ਕੈਰੀਅਰ ਹੈ ਬੈਕ ਐਂਡ ਫੋਰਥ ਚੱਲਣ। ਇੱਕ ਇਹ ਫੈਕਟਰ। ਦੂਜਾ ਫੈਕਟਰ ਪਬਲਿਕ ਸੇਫਟੀ ਦਾ। ਜਿਹੜੀ ਟਰਾਂਸਪੋਰਟੇਸ਼ਨ ਹੈ, ਸੜਕਾਂ ਦਾ ਹਾਲ ਉਹੀ ਹੈ। ਆਪਾਂ ਬੜੇ ਪ੍ਰੋਜੈਕਟਸ ਜਾਂ ਬੜੇ ਹਾਈਵੇਜ਼ ਜਾਂ ਬੜੇ ਬ੍ਰਿਜਸ ਨਹੀਂ ਬਣੇ ਪਿਛਲੇ ਕਾਫੀ ਲੰਬੇ ਸਮੇਂ ਤੋਂ। ਇਹ ਮੈਂਡੇਟ ਲੈ ਕੇ ਆਉਣ ਨਾਲ ਇੱਕ ਤਾਂ ਲੋਕਲ ਰੋਡਸ ਜਿਹੜੀਆਂ ਬਰੈਂਪਟਨ ਦੀਆਂ ਫੈਮਲੀਜ਼ ਵਾਸਤੇ, ਬੱਚਿਆਂ ਨੂੰ ਲੈ ਕੇ ਆਪਾਂ ਜਾਂਦੇ ਹਾਂ, ਛੋਟੇ ਬੱਚੇ ਆ, ਬਜ਼ੁਰਗ ਆ, ਹੋਰ ਸਿਆਣੇ ਫੈਮਲੀ ਮੈਂਬਰਸ ਨੇ, ਆਪਾਂ ਜਾਂਦੇ ਹਾਂ, ਇਟ ਰੋਡਸ ਵਿਲ ਬੀ ਮੋਰ ਅਸੈਸਿਬਲ, ਮੋਰ ਸੇਫਰ ਫॉर ਰੈਗੂਲਰ ਕੰਪਿਊਟਰਸ। ਤੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਸਾਡੇ ਭੈਣ ਭਰਾ ਜੁੜੇ ਹੋਏ ਨੇ, ਉਹਨਾਂ ਵਾਸਤੇ ਇਹ ਅਸੈਸਿਬਲ ਰੂਟ ਹੋਏਗਾ। ਉਹਨਾਂ ਦਾ ਕਮਿਊਟ ਟਾਈਮ ਜਿਹੜਾ ਹੈ ਘੱਟੋ ਘੱਟ ਅੱਧੇ ਘੰਟੇ ਤੋਂ ਜ਼ਿਆਦਾ ਘਟੇਗਾ, ਤੇ ਉਹ ਘਟਣ ਨਾਲ ਉਹ ਆਪਣੇ ਘਰ 'ਚ ਆਪਣੇ ਪਰਿਵਾਰ ਨਾਲ ਜ਼ਿਆਦਾ ਟਾਈਮ ਯੂਜ਼ ਕਰਨਗੇ। ਤਾਂ ਇਹ ਇੱਕ ਬਹੁਤ ਵਧੀਆ ਪ੍ਰੋਜੈਕਟ ਹੈ। ਮੇਰੀ ਸਮਝ ਤੋਂ ਬਾਹਰ ਹੈ ਵੀ ਕਿਉਂ ਲਿਬਰਲ ਵਾਲੇ ਇਹਨੂੰ ਅਪੋਜ਼ ਕਰ ਰਹੇ ਆ, ਇਸ ਪ੍ਰੋਜੈਕਟ ਨੂੰ ਕੰਪਲੀਟਲੀ ਆਊਟਰਾਈਟ ਰਿਜੈਕਟ ਕਰ ਰਹੇ। ਇਹਨਾਂ ਦਾ ਆਪਣਾ ਪ੍ਰਪੋਜ਼ਲ ਸੀ, ਕਿਸੇ ਹੋਰ ਦੀ ਨਹੀਂ। ਹੁਣ ਆਪਾਂ ਹਸਪੀਟਲ ਤੇ ਆ ਜਾਂਦੇ ਹਾਂ ਤੁਹਾਡੇ ਕੁਐਸਚਨ ਤੇ। ਮੈਂ ਬਾਰੀ ਸਾਰੇ ਤੇ ਮੈਂ ਸੋਸ਼ਲ, ਚੀਮਾ ਸਾਹਿਬ ਬਿਹਤਰ ਜਾਣਦੇ ਆ, ਤੁਸੀਂ ਗੂਗਲ ਕਰਕੇ ਜੋਤਵਿੰਦਰ ਸੋਢੀ ਸਰਚ ਕਰ ਲਿਓ। ਅਸੀਂ ਬੜੇ ਸੋਸ਼ਲ ਇਸ਼ੂਜ਼ ਤੇ ਕੰਮ ਕੀਤਾ, ਟੈਰੀਅਨ ਬਾਰੇ, ਬਿਲਡਰ ਲੌਬੀ ਬਾਰੇ, ਐਜੂਕੇਸ਼ਨ ਬਾਰੇ। I've been known for a strong voice of the community. Hospital 1.5-2 ਦਹਾਕੇ ਪਿਛਲੀ ਰਜੀਮ ਲਿਬਰਲ ਦੀ ਸਰਕਾਰ ਰਹੀ ਹੈ, ਉਸ ਸਰਕਾਰ ਦੇ ਵਿੱਚ ਉਹਨਾਂ ਨੇ ਉੱਕਾ ਹੀ ਵਰੀ ਨਹੀਂ ਕੀਤਾ। ਜਿਹੜਾ ਪੀਲ ਮੈਮੋਰੀਅਲ, ਜਿਹੜਾ ਹੁਣ ਡੇ ਕੇਅਰ ਸੈਂਟਰ ਕਹਿ ਲਓ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ, ਬਿਲਡਿੰਗ ਬਣੀ ਵੀ 8 ਵਜੇ ਬੰਦ ਕਰ ਦਿੰਦੇ ਹੋ ਤੁਸੀਂ ਉਹਨੂੰ ਓਵਰਨਾਈਟ। ਜਿਹੜਾ ਅਸੀਂ ਸੈਕਿੰਡ ਹਸਪੀਟਲ ਦੀ ਗੱਲ ਕਰ ਰਹੇ ਹਾਂ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਆਲਰੇਡੀ ਸਟਰਕਚਰ ਬਣਿਆ ਵਾ, ਉਹਦੇ ਵਿੱਚ 250 ਬੈੱਡ ਐਡ ਕਰਨੇ, ਪਹਿਲਾ ਸਟੈਪ। ਦੂਜਾ ਸਟੈਪ ਉਹਨੂੰ ਐਮਰਜੈਂਸੀ ਕੇਅਰ ਦੇਣਾ। ਤੇ ਇਸ ਤੋਂ ਬਾਅਦ ਦੇਖੋ ਇੱਕ ਓਵਰਨਾਈਟ ਕੋਈ ਡਿਸੀਜ਼ਨ ਨਹੀਂ ਹੁੰਦਾ। 1.5-2 ਦਹਾਕਿਆਂ 'ਚ ਜੇ ਜਿਹੜਾ ਕੰਮ ਨਹੀਂ ਆਇਆ, ਉਸ ਤੋਂ ਜ਼ਿਆਦਾ ਸੀਨੀਅਰਸ ਹੋਮ, ਜਦੋਂ ਮੇਰੇ ਵੀ ਹੁਣ ਗ੍ਰੇ ਹੇਅਰ ਹੋਏ, ਆਪਣੇ ਵੀ ਤਕਰੀਬਨ ਬਹੁਤੇ ਸਾਰੇ ਗ੍ਰੇ ਹੇਅਰਸ ਚਲੇ ਗਏ, ਤੇ ਫੈਮਿਲੀ ਵੈਲਿਊਜ਼, ਮੇਰੇ ਪੇਰੈਂਟਸ ਮੇਰੇ ਨਾਲ ਰਹਿੰਦੇ ਆ, ਸਾਰਿਆਂ ਦੇ, ਚੀਮਾ ਸਾਹਿਬ ਦੇ ਵੀ ਫਾਦਰ ਸਾਹਿਬ ਉਹਨਾਂ ਨਾਲ ਰਹਿੰਦੇ ਆ, ਅਸੀਂ ਦੇਖੇ ਆ, ਮਿਲੇ ਆ। ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਬੱਚਿਆਂ ਨੇ ਕਿੱਧਰ ਨੂੰ ਜਾਣਾ, ਕਿਵੇਂ ਹੋਣਾ, ਸਾਨੂੰ ਸੀਨੀਅਰਸ ਹੋਮ ਚਾਹੀਦੇ ਆ। ਜਿੰਨੇ 4 ਸਾਲਾਂ ਦੇ ਵਿੱਚ ਸੀਨੀਅਰਸ ਹੋਮ ਅਪਰੂਵ ਕੀਤੇ ਆ ਵਿਦ ਫੰਡਿੰਗ ਅਲੋਕੇਸ਼ਨ, ਉਹਨੇ ਪਿਛਲੇ 15 ਸਾਲਾਂ 'ਚ ਲਿਬਰਲ ਰਜੀਮ ਨੇ ਨਹੀਂ ਕੀਤੇ। ਹੁਣ ਅੱਜ ਆਪਾਂ ਯੂਨੀਵਰਸਿਟੀ ਤੇ ਜਾਂ ਮੈਡੀਕਲ ਸਕੂਲ, ਤੁਸੀਂ ਇਹ ਦੇਖੋ ਵੀ ਕੈਨੇਡਾ ਦੇ ਵਿੱਚ ਪਾਪੂਲੇਸ਼ਨ, ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟਿਓ ਵੀ ਚਾਹੇ ਟਰੂਡੋ ਸਾਹਿਬ ਲਿਆ ਰਹੇ ਆ ਜਾਂ ਕੋਈ ਲਿਆ ਰਿਹਾ, ਉਹਦੇ ਵਿੱਚ ਕੀ ਉਹਨਾਂ ਨੇ ਉਸ ਹਿਸਾਬ ਨਾਲ ਫੰਡਿੰਗ ਦਿੱਤੀ ਪ੍ਰੋਵਿੰਸ ਨੂੰ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸਾਡੇ ਸਿਟੀਜ਼ ਨੂੰ ਇਨਫਰਾਸਟਰਕਚਰ ਲਈ, ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ, ਚਾਹੇ ਬੇਸਮੈਂਟਾਂ ਤੁਸੀਂ ਕਹਿ ਦਿੰਦੇ ਹੋ, ਚਾਹੇ ਉਹ ਸੇਫ ਰੈਜ਼ੀਡੈਂਸ ਵਾਸਤੇ। ਬੱਚਿਆਂ ਦੀਆਂ ਫੀਸਾਂ ਜ਼ਿਆਦਾ ਨੇ, ਬੱਚਿਆਂ ਨੂੰ ਐਕਸਪਲੋਇਟੇਸ਼ਨ ਹੋ ਰਿਹਾ, ਕਿਤੇ ਨਾ ਕਿਤੇ ਸਾਡੇ ਬਿਜ਼ਨਸਿਸ ਵੀ ਕਰਦੇ ਨੇ। ਇਹ ਫੈਕਟਸ ਨੇ ਜਿਹੜੇ ਮੈਂ ਤੁਹਾਡਾ ਅੱਜ ਗੱਲ ਕਰ ਰਿਹਾ ਵੀ ਉਹ ਵੀ ਸਾਡੇ ਬੱਚੇ ਨੇ। ਇੱਕ ਹੋਰ ਮੈਂ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਇੱਕ ਹੋਰ ਐਡਰੈਸ ਐਡ ਕਰ ਦੇਣਾ ਮੈਂ। ਇੱਕ ਹੋਰ, ਜਿਹੜੇ ਸਾਡਾ ਯੂਥ ਉੱਥੋਂ ਮਾਈਗ੍ਰੇਟ ਕਰ ਰਿਹਾ, ਕਿਉਂਕਿ ਕਲਚਰਲ ਡਿਫਰੈਂਸ, ਫੈਮਲੀਆਂ ਨਾਲ ਛੋਟੀ ਉਮਰ ਦੇ ਬੱਚੇ, ਟੈਂਡਰ ਜਿਹੜੇ ਜਿਵੇਂ ਚੂਚੇ ਬੱਚੇ ਜੁੜੇ ਹੁੰਦੇ ਆ ਆਪਣੀ ਫੈਮਲੀ ਨਾਲ, ਪਰਿਵਾਰ ਨਾਲ, ਮਾਂ-ਬਾਪ ਨੇ ਉਹਨਾਂ ਨੂੰ ਬੜਾ ਪਿਆਰ ਨਾਲ ਰੱਖਿਆ ਹੁੰਦਾ, ਉਹ ਸੁਸਾਈਡ ਕਰ ਰਹੇ ਆ। ਕਲਚਰਲ ਸ਼ੌਕ ਹੈ, ਜੌਬਸ ਜਿਹੜੀਆਂ ਜੌਬ ਨਹੀਂ ਮਿਲਦੀ, ਐਜੂਕੇਸ਼ਨ ਦਾ ਖਰਚਾ ਜ਼ਿਆਦਾ ਹੈ, ਰੈਂਟਲ ਕਾਸਟ ਜ਼ਿਆਦਾ ਹੈ, ਉਧਰੋਂ ਪਿੱਛੇ ਵੀ ਬੋਝ ਹੈ। ਸੋ ਦੇਰ ਆਰ ਸੋ ਮੈਨੀ ਫੈਕਟਰਸ। ਉਹਦੇ ਤੇ ਸਾਨੂੰ ਸਾਰਿਆਂ ਨੂੰ ਰਿਗਾਰਡਲੈਸ ਆਫ ਦਾ ਪਾਰਟੀ ਪੋਜੀਸ਼ਨ, ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਲੋੜ ਹੈ। ਹੁਣ ਬਿਲਕੁਲ ਠੀਕ ਹੈ ਸੋਢੀ ਸਾਹਿਬ, ਦੁਬਾਰਾ ਤੁਹਾਡੇ ਕੋਲ ਆਉਂਦੇ ਆ ਕਿਉਂਕਿ ਥੋੜਾ ਟਾਈਮ ਦੀ ਸ਼ਾਰਟੇਜ ਹੈ। ਤੇ ਗਿੱਲ ਸਾਹਿਬ, ਤੁਸੀਂ ਕੀ ਦੱਸਣਾ ਚਾਹੋਗੇ ਪੰਜਾਬ ਦੀ ਜਿਹੜੇ ਪੰਜਾਬੀ ਕੈਂਡੀਡੇਟ ਉਹਨਾਂ ਦਾ ਸਪੈਸ਼ਲੀ ਬੇਸਿਕਲੀ ਬਰੈਂਪਟਨ ਦੇ ਏਰੀਆ 'ਚ ਜ਼ਿਆਦਾ ਹੈਗਾ ਆਪਣਾ, ਇਹ ਕੀ ਪੋਜੀਸ਼ਨ ਦੇਖਦੇ ਹੋ ਤੁਸੀਂ? ਜਿਹੜੀਆਂ ਓਵਰਆਲ ਮੈਨੂੰ ਲੱਗਦਾ 20 ਦੇ ਕਰੀਬ ਕੈਂਡੀਡੇਟ ਹੈਗੇ ਥਰੂ ਆਊਟ ਅੰਟਾਰੀਓ ਦੇ ਵਿੱਚ, ਜਿਹਦੇ ਕਿ ਜਿਵੇਂ ਤੁਸੀਂ ਕਿਹਾ ਮੈਕਸੀਮਮ 1-2 ਰਾਈਡਿੰਗਾਂ ਹੈਗੀਆਂ ਜਿੱਥੇ ਆਲ ਦੀ ਕੈਂਡੀਡੇਟਸ ਤਿੰਨੇ ਪਾਰਟੀਆਂ ਵੱਲੋਂ ਆਪਣੇ ਕੈਂਡੀਡੇਟ ਹੈਗੇ ਆ। ਉਤੋਂ ਉਹਦੇ ਨਾਲ ਤਾਂ ਯਾਨੀ ਕਿ ਚਾਹੇ ਕੋਈ ਵੀ ਜਿੱਤਦਾ ਹੈਗਾ ਤਾਂ ਉਹ ਆਪਣਾ ਬੰਦਾ ਹੀ ਹੋਊਗਾ। ਪਰ ਐਤਕੀ ਜਿਹੜਾ ਕਿ ਪਿਛਲੀ ਵਾਰ ਨਾਲੋਂ ਐਤਕੀ ਲੱਗਦਾ ਹੈਗਾ ਵੀ 1 ਜਾਂ 2 ਸੀਟਾਂ ਪੰਜਾਬੀ ਮੂਲ ਦੇ ਜਿਹੜੇ ਬਛਿੰਦੇ ਉਹ ਵੱਧ ਲੈ ਕੇ ਜਾਣਗੇ। ਤਾਂ ਉਹਦਾ ਹੁਣ ਯਾਨੀ ਕਿ ਜੇ ਆਪਾਂ ਨਿਤਾਰਾ ਕਰੀਏ
ਬਰੈਂਪਟਨ ਈਸਟ ਦਾ, ਬਰੈਂਪਟਨ ਈਸਟ ਦੇ ਵਿੱਚ ਉੱਥੇ ਵੀ ਲਿਬਰਲ PC ਐਂਡ NDP ਦੀ ਫਾਈਟ ਹੈਗੀ ਆ। ਬਰੈਂਪਟਨ ਨਾਰਥ ਦੇ ਵਿੱਚ ਉੱਥੇ ਵੀ PC ਤੇ ਲਿਬਰਲ ਦੀ ਫਾਈਟ ਹੈਗੀ ਆ। ਜਿਹੜੀ ਇੱਧਰ ਆਪਣੇ ਆ ਜਾਂਦਾ ਹੈਗਾ ਬਰੈਂਪਟਨ ਸੈਂਟਰ ਹੈਗਾ, ਉਹ 3 ਵੇ ਫਾਈਟ ਹੈਗੀ ਆ। ਉਹਦੇ 'ਚ ਯਾਨੀ ਕਿ ਕੋਈ ਵੀ ਲਿਜਾ ਸਕਦਾ ਹੈਗਾ। ਜਿਹੜੀ ਸਾਊਥ ਹੈਗੀ ਆ ਉਹਦੇ ਤੇ ਯਾਨੀ ਕਿ PC ਫੁੱਲੀ ਡੋਮੀਨੇਟਡ ਹੈਗੀ ਆ। ਤੇ ਜਿਹੜੀ ਵੈਸਟ ਹੈਗੀ ਆ ਉੱਥੇ ਵੀ ਥੋੜਾ ਮੋਟਾ ਯਾਨੀ ਕਿ ਲਿਬਰਲ ਦੇ ਨਾਲ ਹੀ ਮੁਕਾਬਲਾ ਹੈਗਾ, ਪਰ ਉਹ ਵੀ ਸੇਫ ਸੀਟ ਹੈਗੀ ਇਹਨਾਂ ਦੀ। ਜੇ ਆਪਣਾ ਉਦੋਂ ਗਾਂ ਮਿਸਿਸਾਗਾ ਮਾਲਟਨ ਹੈਗਾ, ਉੱਥੇ ਵੀ ਯਾਨੀ ਕਿ ਆਪਣੇ PC ਦਾ ਮੁਕਾਬਲਾ ਲਿਬਰਲ ਨਾਲ ਹੈਗਾ, ਜਿਸ ਦੇ ਵਿੱਚ ਯਾਨੀ ਕਿ ਉੱਥੋਂ ਸਿਟਿੰਗ MPP ਹੈਗੇ ਆ ਆਨੰਦ। ਤੇ ਬਾਕੀ ਉਦੋਂ ਗਾਂ ਮਿਲਟਨ ਦੇ ਵਿੱਚ ਵੀ ਮੁਕਾਬਲਾ ਹੈਗਾ, ਪਰ ਉੱਥੇ ਵੀ ਪਰਮ ਗਿੱਲ ਹੈਗੇ ਆ, PC ਦੇ MPP ਹੈਗੇ ਆ, ਉਹਨਾਂ ਦੀ ਯਾਨੀ ਕਿ ਪੋਜੀਸ਼ਨ ਅੱਛੀ ਹੈਗੀ ਆ। ਬਾਕੀ ਜਿਹੜੇ ਹੋਰ ਕਿਤੇ ਉਸ ਤੋਂ ਬਾਹਰ ਆਪਾਂ ਦੇਖਦੇ ਹੈਗੇ ਆ, ਮਿਸੀਸਾਗਾ 'ਚ ਪਾਕਿਸਤਾਨ ਮੂਲ ਦੇ 2-3 ਹੈਗੇ ਆ ਕੈਂਡੀਡੇਟ, ਉਹਨਾਂ ਦੇ ਵੀ ਲਿਬਰਲ ਪਾਰਟੀ ਵੱਲੋਂ ਰਨ ਕਰ ਰਹੇ ਆ, ਪਰ ਉਹਨਾਂ ਦੇ ਯਾਨੀ ਕਿ PC ਦੇ ਨਾਲ ਹੀ ਮੁਕਾਬਲਾ ਹੈਗਾ, ਚਾਹੇ ਉਹ ਦੀਪਿਕਾ ਹੋਈ, ਚਾਹੇ ਉਦੋਂ ਬਾਅਦ ਜੇ ਆਪਾਂ ਬਾਹਰ ਆ ਕੇ ਵੇਖਦੇ ਹੈਗੇ ਆ, ਆਟਵਾ ਦੇ ਵਿੱਚ ਇੱਕ ਆਪਣੀ ਕੁੜੀ ਰਨ ਕਰ ਰਹੀ ਹੈਗੀ ਆ, ਉੱਥੇ ਵੀ ਯਾਨੀ ਕਿ ਇਹੀ ਪੋਜੀਸ਼ਨ ਹੈਗੀ ਆ। ਲਿਬਰਲ ਉੱਥੇ ਕਈ ਰਾਈਡਿੰਗਾਂ 'ਚ ਸਟਰੋਂਗ ਹੈਗੇ ਆ, ਪਰ ਉੱਥੇ ਇਹਦਾ ਮੁਕਾਬਲਾ ਆਈ ਬਲੀਵ 3 ਵੇ ਵਾਂਗੂ ਹੀ ਹੋਣਾ ਹੈਗਾ। ਜਿਹੜੇ ਆਪਣੀ ਐਸਐਕਸ ਦੀ ਸੀਟ ਹੈਗੀ ਆ, ਉੱਥੇ ਵੀ ਇਹੀ ਚੀਜ਼ ਹੈਗੀ ਆ, ਉੱਥੇ ਆਪਣੀ ਇੱਕ ਕੁੜੀ ਰਨ ਕਰ ਰਹੀ ਹੈਗੀ ਆ, ਉੱਥੇ PC ਤੇ NDP ਦਾ ਮੁਕਾਬਲਾ ਚੱਲ ਰਿਹਾ ਹੈਗਾ। ਤਾਂ ਇਸ ਦਾ ਸਾਰੇ ਦਾ ਜੇ ਆਪਾਂ ਓਵਰਆਲ ਲਾਉਣੇ ਹੈਗੇ ਪਿਛਲੇ ਟਾਈਮ ਨਾਲੋਂ ਮੇਰੇ ਹਿਸਾਬ ਨਾਲ ਵੀ 1 ਜਾਂ 2 ਵੱਧ ਸੀਟਾਂ ਆਪਣੇ ਪੰਜਾਬੀ ਮੂਲ ਦੇ ਜਿਹੜੇ ਕੈਂਡੀਡੇਟ ਉਹ ਜਿੱਤ ਕੇ ਉੱਥੇ ਅੰਟਾਰੀਓ ਦੇ ਲੈਜਿਸਲੇਸ਼ਨ ਜਾਣਗੇ। ਥੈਂਕ ਯੂ ਗਿੱਲ ਸਾਹਿਬ। ਤੇ ਸੁਖਪਾਲ ਜੀ, ਮੈਂ ਤੁਹਾਡੇ ਤੋਂ ਲਾਸਟ ਕਮੈਂਟ ਲੈਣੇ ਚਾਹੂੰਗਾ ਇੱਥੇ ਕੀ, ਪਰ ਮੈਂ ਉਸ ਤੋਂ ਪਹਿਲਾਂ ਇੱਕ ਵਾਰੀ ਸੋਢੀ ਸਾਹਿਬ ਨੂੰ ਕੁਐਸਚਨ ਪੁੱਛਣਾ। ਤੁਸੀਂ ਕਿਹਾ ਸੀਗਾ ਕਿ ਬਰੈਂਪਟਨ 'ਚ ਐਤਕੀ ਸਾਨੂੰ ਲੱਗਦਾ ਕਿ ਪਿਛਲੇ 2 ਸੀ ਐਤਕੀ ਹੋ ਸਕਦਾ 5 ਸੀਟਾਂ ਲੈ ਜੀ, ਠੀਕ ਹੈ। ਕੀ ਕਾਰਨ ਹੈ, ਇਹੋ ਜਿਹੀ ਕੀ ਅਚੀਵਮੈਂਟ ਹੈ ਕਿ PC ਨੂੰ ਬਰੈਂਪਟਨ ਦੇ ਸਾਰੇ ਲਾਈਕ ਕਰਨ? ਕਿਉਂਕਿ ਮੇਰੇ ਖਿਆਲ ਨਾਲ 2 ਮੇਜਰ ਡਿਮਾਂਡ ਸੀਗੀਆਂ ਬਰੈਂਪਟਨ ਦੇ ਏਰੀਆ ਦੀਆਂ। ਇੱਕ ਤਾਂ ਸੈਕੰਡ ਹਸਪੀਟਲ ਬਾਰੇ ਸੀ, ਔਰ ਦੂਸਰਾ ਇੰਸ਼ੋਰੈਂਸ ਬਾਰੇ ਸੀ, ਤੇ ਕਿਸੇ ਦੇ ਨੂੰ ਮੈਂ ਕਿਹਾ ਬਹੁਤ ਰਿਜ਼ਲਟ ਮਿਲੇ ਨਹੀਂ। ਤੇ ਫਿਰ ਕਿਹੜੀ ਅਚੀਵਮੈਂਟ ਹੈ ਜਿਹਦੇ ਬੇਸ ਤੇ ਆਪਾਂ ਸਾਰੇ ਕਲੇਮ ਕਰ ਸਕਦੇ ਹਾਂ? ਓਵਰਆਲ ਇੰਸ਼ੋਰੈਂਸ ਜਿਹੜੀ ਹੈ ਉਹਦੇ ਤੇ ਇੰਪੈਕਟ ਪਿਆ ਜੀ, ਓਵਰਆਲ ਇਨ ਬਰੈਂਪਟਨ ਸਪੈਸੀਫਿਕਲੀ ਬੜਾ ਨੈਗਲੀਜੀਬਲ ਪਿਆ। ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਇੰਸ਼ੋਰੈਂਸ ਦਾ ਨਹੀਂ, ਇਹ ਜਿਹੜੀ ਹੈ ਨਾ, ਜੇ ਦਿਸ ਇਜ਼ ਆਲ ਇਟ ਇਜ਼ ਕਿ ਮੁੱਦਿਆਂ ਦੀ ਰਾਜਨੀਤੀ ਹੈ, ਤੇ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਡਗ ਫੋਰਡ ਡਿਲੀਵਰ ਕਰ ਸਕਦੇ ਆ। ਉਹਨਾਂ ਨੇ ਪਹਿਲੀਆਂ ਚੀਜ਼ਾਂ ਡਿਲੀਵਰ ਕੀਤੀਆਂ ਨੇ, ਇਹ ਵਿਸ਼ਵਾਸ ਹੈ ਲੋਕਾਂ ਦਾ, ਤੇ ਉਹਨਾਂ ਨੇ ਇਹ ਚੀਜ਼ ਉੱਭਰ ਕੇ ਅੱਗੇ ਸਾਹਮਣੇ ਆਈ ਹੈ। ਜਿਹੜੀ ਗੱਲ ਹਸਪੀਟਲ ਦੀ ਹੈ ਉਹ ਕਮਿਟਡ ਹੈ, ਉਹਦੇ ਵਾਸਤੇ ਆਲਰੇਡੀ ਪੀਲ ਮੈਮੋਰੀਅਲ ਵਾਸਤੇ ਫੰਡਿੰਗ ਅਲੋਕੇਸ਼ਨ ਹੋ ਗਈ, 250 ਬੈੱਡ ਪਲੱਸ 100 ਮੋਰ ਬੈਡਸ ਐਡੀਸ਼ਨ ਦੀ ਹੈ। ਸੀਨੀਅਰਜ਼ਮ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਅਪਰੂਵ ਹੋ ਚੁੱਕਿਆ ਜੀ, ਤੇ ਇਹ 2 ਹੋਰ ਹੋਏ ਨੇ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਵੀ। ਇਟਸ ਨਾਟ, ਮੈਨੂੰ ਖੁਸ਼ੀ ਹੁੰਦੀ ਜਦੋਂ ਆਪਣੇ ਭਾਈਚਾਰੇ ਚੋਂ ਕੋਈ ਸਾਡੇ ਰਿਪਰੈਜ਼ੈਂਟ ਕਰਦੇ ਨੇ। ਮੇਰੇ ਲਈ ਪੋਲੀਟੀਸ਼ੀਅਨ ਜਿਹੜਾ, ਜਦੋਂ ਆਪਾਂ ਕੈਨੇਡਾ ਆ ਗਏ ਨਾ, ਸਾਨੂੰ ਪੋਲੀਟੀਸ਼ੀਅਨ ਉਹ ਚਾਹੀਦਾ ਜਿਹੜਾ ਮਤਲਬ ਜ਼ਰੂਰ ਤੁਹਾਡੇ ਨਾਲ ਸੋਸ਼ਲੀ ਕਨੈਕਟਡ ਹੋਵੇ, ਚਾਹੇ ਭੋਗ ਪਾਰਟੀ 'ਤੇ ਆਉਂਦਾ ਜਾਂਦਾ ਰਹੇ, ਬਟ ਨਾਲ ਦੀ ਨਾਲ ਉਹ ਕੈਂਡੀਡੇਟ ਜਾਂ ਉਹ ਰਿਪਰੈਜ਼ੈਂਟੇਟਿਵ ਸਾਡੇ ਜਿਹੜੇ ਸੋਸ਼ਲੀ ਜਾਂ ਸਾਡੀਆਂ ਜਿਹੜੀਆਂ ਕਮਿਟਮੈਂਟਸ ਨੇ, ਰੋਲ ਆਫ ਦੇਅਰ ਰਿਸਪੋਂਸਿਬਿਲਿਟੀ ਐਜ਼ ਏ ਪਾਰਲੀਮੈਂਟੇਰੀਅਨ, ਜੇ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ ਹੈ ਜਾਂ ਫੈਡਰਲ ਦੇ ਵਿੱਚ ਹੈ, ਉਹ ਰੋਲ ਉਹਦਾ ਬਾਖੂਬੀ ਨਿਭਾਵੇ, ਉਹ ਲੋਕਾਂ ਦੇ ਕੰਮ ਕਰੇ। ਜੇ ਆਪਾਂ ਇਕੱਲਾ ਸਿਰਫ ਇੱਕ ਪਾਸਾ ਹੀ ਦੇਖਾਂਗੇ ਫਿਰ ਮੇਰਾ ਖਿਆਲ ਮੁਸ਼ਕਿਲ ਹੋਏਗੀ। ਅਸੀਂ ਚਾਹੁੰਦੇ ਹਾਂ ਕਿ ਸਹੀ ਰਿਪਰੈਜ਼ੈਂਟੇਸ਼ਨ, ਕੈਂਡੀਡੇਟ ਡਜ਼ਨਟ ਮੈਟਰ ਉਹਦਾ ਕਲਰ, ਉਹਦਾ ਰਿਲੀਜਨ, ਉਹਦੇ ਬਲੀਵਸ, it is it's not impacting a more of their performance and their commitment to deliver the results. ਸੋ ਸੋਢੀ ਸਾਹਿਬ, ਬੇਸਿਕਲੀ ਤੁਹਾਡਾ ਮਕਸਦ ਇਹੀ ਪਰਪਸ ਹੈ ਕਿ ਉਹਨਾਂ ਦੇ ਟਰਸਟ ਜ਼ਿਆਦਾ ਹੈ, ਤੇ ਜਾਂ ਆਪ ਦੂਜੇ ਪਾਸੇ ਕਿ ਵੀਕ ਆਪੋਜੀਸ਼ਨ ਹੈ, ਦੂਜੇ ਪਾਸੇ ਉਹਨਾਂ ਦਾ ਇੰਨਾ ਕੌਨਫੀਡੈਂਸ ਨਹੀਂ, ਟਰਸਟ ਨਹੀਂ, ਇਸੇ ਕਰਕੇ ਹੋ ਰਿਹਾ। ਸੋ ਸੁਖਪਾਲ ਜੀ, ਤੁਸੀਂ ਲਾਸਟ ਕਮੈਂਟ ਤੇ ਆਪਣੇ 2 ਇਲੈਕਸ਼ਨ ਨੇ, ਉਸ ਤੋਂ ਬਾਅਦ ਆਪਣੇ ਪਿਸ਼ੌਰਾ ਸਿੰਘ ਜੀ ਨੇ, ਗੁਪਤਾ ਜੀ ਵੀ ਆ ਗਏ, ਵੈਲਕਮ ਗੁਪਤਾ ਜੀ ਲੇਟ ਆ ਕੇ, ਤੇ ਗੈਰੀ ਸਾਹਿਬ, ਇਹਨਾਂ ਨੇ ਜੇ ਕੋਈ ਕੁਐਸਚਨ ਪੁੱਛਣਾ ਤਾਂ ਪੁੱਛ ਲਾਂਗੇ। ਮੇਰੇ ਖਿਆਲ ਇਹਨਾਂ ਨਾਲ ਆਪਾਂ ਵਾਈਂਡ ਅਪ ਕਰ ਲਾਂਗੇ। ਹਾਂਜੀ ਸੁਖਪਾਲ ਜੀ, ਓਵਰਆਲ ਜਿਵੇਂ ਸਰ ਮੇਰਾ ਕੋਈ ਕੁਐਸਚਨ ਤਾਂ ਨਹੀਂ, ਮੈਂ ਸੋਢੀ ਸਾਹਿਬ ਤੋਂ ਇਹਨਾਂ ਤੋਂ ਇਨਸਾਈਡ ਵਿਊ ਇਹਨਾਂ ਦੇ ਜਾਣਨਾ ਚਾਹੁੰਦਾ ਕਿ ਜਦੋਂ ਰਾਜੇਵਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਡਿਫਰੈਂਸ ਆਫ ਓਪੀਨੀਅਨ ਉਹਨਾਂ ਵਾਸਤੇ ਚਿੰਤਾ ਦਾ ਬਹੁਤ ਵੱਡਾ ਇਸ ਵੇਲੇ ਕਾਰਨ ਬਣਿਆ, ਔਰ ਐਡੀ ਵੱਡੀ ਜਥੇਬੰਦੀ ਇੰਨੀ ਕਾਮਯਾਬੀ ਨਾਲ ਉਹਨਾਂ ਐਡਾ ਵੱਡਾ ਮੋਰਚਾ ਜਿਹੜਾ ਜਿੱਤਿਆ, ਉਹ ਡਿਫਰੈਂਸ ਆਫ ਓਪੀਨੀਅਨ ਕਰਕੇ ਉਹ ਮੈਨੂੰ ਇੰਝ ਲੱਗਾ ਜਿਵੇਂ ਉਹ ਬੜੇ ਦੁਖੀ ਹੋਏ ਹੁੰਦੇ ਇਸ ਗੱਲ ਤੋਂ। ਕਿਵੇਂ
ਆਪਾਂ ਤੁਸੀਂ ਗੱਲ ਕੀਤੀ ਵੀ ਡਿਫਰੈਂਸ ਆਫ ਓਪੀਨੀਅਨ ਸਾਡੀ ਤਾਂ ਇੱਥੋਂ ਦੀ ਮਤਲਬ ਜਿਹੜੀ ਆ ਉਹ ਤਾਕਤ ਹੈ, ਤੇ ਮੈਂ ਵੀ ਉਸ ਗੱਲ ਦੀ ਪ੍ਰੋੜਤਾ ਤੇ ਕਰ ਦਿੱਤੀ ਸੀ। ਪਰ ਤੁਹਾਡੇ ਕੋਲ ਇਨਸਾਈਡ ਵਿਊ ਜਾਨਣਾ ਚਾਹੁੰਦੇ, ਕਿਉਂਕਿ ਯੂ ਆਰ ਅ ਪੋਲੀਟੀਸ਼ੀਅਨ, ਆਈ ਐਮ ਨਾਟ, ਵੀ ਇੱਥੇ ਜਿਹੜਾ ਡਿਫਰੈਂਸ ਆਫ ਓਪੀਨੀਅਨ ਆ ਉਹ ਕਿਵੇਂ ਆਪਾਂ ਨੂੰ ਡੈਮੋਕ੍ਰੇਸੀ ਨੂੰ ਯੂਜ਼ਫੁਲ ਆ ਜਾਂ ਹੈਲਪਫੁਲ ਹੁੰਦਾ, ਉੱਥੇ ਇੰਨਾ ਘੱਟ ਕਿਉਂ ਆ ਕਿ ਉਹ ਇੱਕ ਦੂਜੇ ਨੂੰ ਮਰਨ ਤੱਕ ਵੀ ਚਲੇ ਜਾਂਦੇ ਆ, ਔਰ ਮਤਲਬ ਇਹਨਾਂ ਡਿਫਰੈਂਸ ਆਫ ਓਪੀਨੀਅਨ ਪਾਰਟੀ ਤੋੜ ਦਿੰਦੇ। ਤੁਸੀਂ ਮੈਂ ਵੀ ਰਾਜੇਵਾਲ ਸਾਹਿਬ ਨੂੰ ਬੜਾ ਲੋ ਦੇਖਿਆ ਕਿ ਹੀ ਵਾਜ਼ ਓਪਨਲੀ ਕਮੈਂਟਿੰਗ, ਜਿਹੜੇ ਮੇਰਾ ਖਿਆਲ ਨਹੀਂ ਉਹ ਠੀਕ ਸੀ ਪਬਲਿਕਲੀ। ਜਦੋਂ ਤੁਸੀਂ ਦੁਬਾਰਾ ਬੈਠਣਾ, ਹੁਣ ਮੈਂ ਤੁਹਾਡੀ ਉਹਦੀ ਐਗਜ਼ਾਮਪਲ ਦਿੰਦਾ। ਸਾਡੇ ਰਿਲੇਸ਼ਨਸ਼ਿਪ ਜਿਹੜੇ ਮੈਂ ਕੰਪੇਨ ਚੇਅਰ ਹਾਂ ਜੀ ਬਰੈਂਪਟਨ ਨਾਰਥ ਰਾਈਡਿੰਗ ਤੋਂ, ਮੇਰੇ ਗਿੱਲ ਸਾਹਿਬ ਨੂੰ, ਜੀਵਨ ਗਿੱਲ, ਉਹਨਾਂ ਨੂੰ ਥੋੜੀ ਜਿਹੀ ਹੈਰਾਨੀ ਹੋਏਗੀ ਬਈ ਮੈਂ ਕੰਪੇਨ ਚੇਅਰ ਹਾਂ ਪੀਸੀ ਪਾਰਟੀ ਦੇ ਕੈਂਡੀਡੇਟ ਦੇ, ਨਾਲ ਦੀ ਨਾਲ ਬਾਕੀ ਕੈਂਡੀਡੇਟਸ ਨੂੰ ਆਫਕੋਰਸ ਕਰ ਰਹੇ ਆ। ਪਰ ਇਹਦੇ ਨਾਲ ਸਾਡੇ ਪਰਸਨਲ ਜਾਂ ਸੋਸ਼ਲ ਰਿਲੇਸ਼ਨਸ਼ਿਪ, ਇਹ ਇਲੈਕਸ਼ਨ ਹੈ, it's a mode of and way to express your views। ਉਸ ਤੋਂ ਬਾਅਦ ਮਿਸਪਲ ਆ ਜਾਣੀ ਹੈ, ਉਸ ਤੋਂ ਬਾਅਦ ਤੁਸੀਂ ਸੋਸ਼ਲੀ ਉਹੇ ਜਿਹੇ ਰਹਿ ਜਾਂਦੇ ਆ। ਆਈ ਬਲੀਵ ਕਿਤੇ ਨਾ ਕਿਤੇ ਤੁਹਾਡੀ ਗੱਲ ਨਾਲ ਹੁਣ ਮੈਂ ਐਡ ਕਰ ਦਿਆਂ, ਪੰਜਾਬੀ ਰੰਜਿਸ਼ ਜ਼ਿਆਦਾ ਰੱਖਦੇ ਆ। ਮੈਨੂੰ ਕਿਸੇ ਨੇ ਗੱਲ ਕਹੀ ਸੀ ਕਿ ਸੋਢੀ ਸਾਹਿਬ ਤੁਸੀਂ ਕਿੱਦਣ ਇਲੈਕਸ਼ਨ ਲੜਨੀ ਹੈ, ਤੁਹਾਨੂੰ ਹਰਾਉਣ ਵਾਸਤੇ ਦੀ ਕੋਸ਼ਿਸ਼ ਕਰੀਏ। ਮੈਂ ਇਹ ਕਿਹਾ ਸੀ ਵੀ ਪਹਿਲਾਂ ਫੋਕਸ ਕਰੋ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ। ਕਈ ਵਾਰ ਆਪਾਂ ਦੂਜੇ ਨੂੰ ਹਰਾਉਣ ਤੇ ਜ਼ਿਆਦਾ ਜ਼ੋਰ ਲਾ ਦਿੰਦੇ ਆ, ਆਪਣੇ ਕੈਂਡੀਡੇਟ ਤੇ ਫੋਕਸ ਨਹੀਂ ਕਰਦੇ। ਇਹ ਕਿਤੇ ਨਾ ਕਿਤੇ ਸਾਡੀ, ਅਸੀਂ ਪਤਾ ਨਹੀਂ ਜ਼ਿਆਦਾ ਇਮੋਸ਼ਨਲ ਆ ਜਾਂ ਫਿਰ ਸੈਂਟੀਮੈਂਟਸ ਜ਼ਿਆਦਾ ਹੁੰਦੇ ਨੇ। ਸਾਨੂੰ ਥੋੜੀ ਜਿਹੀ ਪ੍ਰੈਕਟੀਕਲ ਅਪਰੋਚ, ਮੇਰੀ ਰਿਕੁਐਸਟ ਹੈ ਥਰੂ ਆਊਟ। ਮੈਂ ਪਹਿਲਾਂ ਵੀ ਕਿਹਾ ਸੀ ਕੈਂਡੀਡੇਟ ਸਾਨੂੰ ਚੰਗੇ ਮਿਲਣੇ ਚਾਹੀਦੇ ਆ ਰਿਗਾਰਡਲੈਸ ਆਫ देयर ਕਲਰ, ਰਿਲੀਜਨ, ਸੋਸ਼ਲ ਬਲੀਵਸ ਐਂਡ ਪੋਲੀਟੀਕਲ ਬਲੀਵਸ, ਐਜ਼ ਲੌਂਗ ਐਜ਼ ਦੇ ਆਰ ਫੇਅਰਲੀ ਰਿਪਰੈਜ਼ੈਂਟਿੰਗ ਅਸ। ਆਈ ਗॉट ਅ ਥ੍ਰੈਟ ਇਨ ਦਿਸ ਇਲੈਕਸ਼ਨ। ਥੈਂਕ ਯੂ ਸੋਢੀ। ਹਾਂਜੀ ਸੁਖਪਾਲ ਜੀ। ਸਾਰੇ ਕੈਂਡੀਡੇਟ ਆਪਣਾ ਆਪਣਾ ਜ਼ੋਰ ਲਾ ਰਹੇ ਆ, ਪਰ ਮੈਂ ਜਿੱਦਾਂ ਸੋਢੀ ਭਾਜੀ ਨੇ ਕਿਹਾ ਵੀ ਡਿਵੈਲਪਮੈਂਟ ਬਹੁਤ ਹੋਈ ਆ। ਸਾਡੇ ਇੱਥੇ ਬਿੰਦਰ ਐਸਐਸ ਚ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ ਆ। ਇਹ ਤਾਂ ਸਦਾ ਇਦਾਂ ਰਹਿਣਾ, ਕੋਈ ਵੀ ਆ ਜਾਵੇ। ਪਤਾ ਨਹੀਂ ਹੁਣ ਕਾਰਪੋਰੇਸ਼ਨ ਸੀਗੀਆਂ ਉਹ ਡਿਵੈਲਪਮੈਂਟ ਕਰ ਸਕਦੀਆਂ, ਤੇ ਚਲੋ ਹੁਣ ਅਗਲੀ ਸਰਕਾਰ ਦਾ ਦੇਖਦੇ ਆ ਕੀ ਕਰਦੇ ਆ। ਇੱਥੇ ਤਾਂ ਕੁਝ ਹੈ ਨਹੀਂਗਾ ਇੰਨਾ। ਇੱਥੇ ਐਗਰੀਕਲਚਰ ਬੇਸਡ ਹੈਗਾ, ਇੱਥੇ ਪਾਵਰ ਦੀ ਸ਼ਾਰਟੇਜ ਆ। ਇੱਥੇ ਜਿੱਦਾਂ ਹੁਣ ਸਾਰੀਆਂ ਜਿੱਦਾਂ ਕੰਪਨੀ ਸੀ, ਆਟੋ ਕੰਪਨੀ ਸੀਆਂ ਮੂਵ ਹੋ ਗਈਆਂ, ਟੂਲ ਮੇਕਿੰਗ ਸੀ ਉਹ ਚਾਈਨਾ ਤਾਇਵਾਨ ਸ਼ਿਫਟ ਹੋ ਗਈ, ਕੁਝ ਕੰਪਨੀਆਂ ਬੰਦ ਹੋ ਗਈਆਂ ਪਿਛਲੇ 10 ਸਾਲਾਂ। ਚਲੋ ਕਿਸੇ ਨੇ ਵੀ ਕੀਤਾ, ਇਹ ਤਾਂ ਮਤਲਬ ਨੀਡ ਆਫ ਦਾ ਟਾਈਮ ਹੁੰਦਾ। ਜੇ ਤੁਹਾਨੂੰ ਕਾਰਪੋਰੇਸ਼ਨ ਨੂੰ, ਕੰਪਨੀ ਨੂੰ ਫਾਇਦਾ ਨਹੀਂ ਹੁੰਦਾ ਤੇ ਉਹ ਤਾਂ ਮੂਵ ਹੋਣਾ ਹੀ ਆ। ਪਰ ਗਵਰਨਮੈਂਟ ਵੀ ਕੀ ਕਰੂਗੀ, ਕੀ ਉਹਨਾਂ ਨੂੰ ਦਿੰਦੇ ਹੀ ਹੈਗੀ ਆ, ਪਰਕਸ ਦਿੰਦੇ ਆ ਜਿਹੜੇ ਇੱਥੇ ਰਹਿਣ ਤਾਂ ਕਿ ਇੰਪਲੋਇਮੈਂਟ ਵਧੇ। ਤੇ ਸੋ ਇਹ ਜੋ ਵੀ ਮਤਲਬ ਇਸ ਟਾਈਮ ਦੇ ਤਾਂ ਇਲੈਕਸ਼ਨ ਹੋ ਰਹੀ ਹੈ, ਇਲੈਕਸ਼ਨ ਈਅਰ ਆ। ਇਸ ਇਲੈਕਸ਼ਨ ਈਅਰ ਵਿੱਚ ਬਹੁਤ ਜ਼ਿਆਦਾ ਅਨਾਉਂਸਮੈਂਟਸ ਹੋਈਆਂ ਆ। ਲੈਟਸ ਸੀ ਕਿਹੜੀ ਫੁੱਲਫਿਲ ਹੁੰਦੀ ਆ ਫਿਊਚਰ ਵਿੱਚ। ਇੱਥੇ ਵੀ ਬਹੁਤ ਅਨਾਉਂਸਮੈਂਟਸ ਹੋਈਆਂ, ਆਲੇ ਦੁਆਲੇ ਵੀ ਹੋ ਰਹੀਆਂ, ਆਹ ਕਰ ਦਿਆਂਗੇ। ਮੈਨੂੰ ਲੱਗਦਾ ਵੀ ਇੱਥੇ ਵੀ ਇੰਡੀਆ ਟਾਈਪ ਦਾ ਥੋੜਾ ਜਿਹਾ ਪੋਲੀਟੀਕਲ ਕਲਰ ਚੜ ਗਿਆ। ਥੈਂਕ ਯੂ ਸੁਖਪਾਲ। ਸੋ ਗੈਰੀ ਜੀ, ਇਲੈਕਸ਼ਨ ਦਾ ਨਿਚੋੜ ਤਾਂ ਜੋ ਸਾਰਿਆਂ ਕੰਸੈਂਸਸ ਇਹੀ ਨਿਕਲਦਾ ਕਿ ਬਾਏ ਐਂਡ ਲਾਰਜ ਲੱਗਦਾ ਕਿ ਪੀਸੀ ਪਾਰਟੀ ਜਿੱਤੇਗੀ। ਉਹਦੇ ਵਿੱਚ ਇਹੀ ਹੈ ਕਿ ਲੋਕਾਂ ਦਾ ਵੈਲਫੇਅਰ ਹੋਏ ਤਾਂ ਚੰਗੀ ਗੱਲ ਹੈ ਜਿਹੜੀ ਪਾਰਟੀ ਆਵੇ, ਪਰ ਪ੍ਰੈਜ਼ੈਂਟ ਸਿਨੈਰੀਓ ਹੈਗਾ। ਸੋ ਇਹਦਾ ਸਾਡੇ ਵੱਲੋਂ ਕੰਕਲੂਡ। ਤੁਸੀਂ ਕੋਈ ਕੁਐਸਚਨ ਕਰਨਾ ਤੇ ਗੁਪਤਾ ਜੀ ਹੈਗੇ। ਗੁਪਤਾ ਸਾਹਿਬ ਤੁਸੀਂ ਬਾਤ ਕਰਦੇ ਹੋ, ਆਏ ਨੋ ਤੁਸੀਂ ਦੂਸਰਾ ਪ੍ਰੋਗਰਾਮ 'ਚ ਨਹੀਂ ਆ ਸਕੇ। ਗੁਪਤਾ ਸਾਹਿਬ ਗੋ ਹੈਡ, ਕੋਈ ਕੁਐਸਚਨ ਕਰਨਾ ਗੁਪਤਾ ਸਾਹਿਬ? ਕਈ ਵਾਰੀ ਨਾ ਤੁਸੀਂ ਜਿਹੜੀ ਸਟੇਟ ਦੇ ਇਸ਼ੂ ਹੈ ਨਾ, ਉਹ ਮੋਸਟਲੀ ਕਨੈਕਟਡ ਵਿਦ ਫੈਡਰਲ ਹੁੰਦੇ ਨੇ। ਲਾਰਜ ਸਕੇਲ ਫੰਡਿੰਗ ਹੈ, ਕਿਉਂਕਿ ਤੁਸੀਂ ਇਫ ਯੂ ਆਰ ਪਾਰਟ ਆਫ ਅ ਕੰਟਰੀ ਐਂਡ ਯੂ ਆਰ ਲਾਈਕ ਪੰਜਾਬ, ਇੰਡੀਆ, ਤੁਸੀਂ ਮਤਲਬ ਇਨਸੂਲੇਟ ਨਹੀਂ ਕਰ ਸਕਦੇ। ਤੁਹਾਨੂੰ ਪੈਸਾ ਵੀ ਚਾਹੀਦਾ ਫੈਡਰਲ, ਕਿਉਂਕਿ ਫੈਡਰਲ ਨੋਟ ਪ੍ਰਿੰਟ ਕਰਦਾ ਹੈ। ਤਾਂ ਇਸ ਕਰਕੇ ਮੈਂ ਸਮਝਦਾ ਵੀ ਜਿਹੜੀ ਪਾਰਟੀ ਅੱਜ ਦੇ ਜਿਹੜੇ ਵਰਲਡ ਹਾਲਾਤ ਹੈ ਨਾ, ਇਹਦੇ 'ਚ ਕੰਟਰੀਆਂ 'ਚ ਨਾ ਔਰ ਸਟੇਟਾਂ 'ਚ ਕੰਸੈਂਸਸ ਬਣਾਉਣਾ ਪਏਗਾ, ਕਿਉਂਕਿ ਕ੍ਰਾਈਸਿਸ ਕੈਨੇਡਾ 'ਚ ਵੀ ਉਹਨਾਂ ਹੈ ਜਿੰਨਾ ਅਮਰੀਕਾ 'ਚ ਹੈ, ਇੰਡੀਆ 'ਚ ਹੈ। ਫੰਡਿੰਗ ਦਾ ਕ੍ਰਾਈਸਿਸ ਹੈ। ਹੁਣ ਆਪਾਂ ਡਿਮਾਂਡ ਜਿੰਨੀ ਇੰਡੀਆ 'ਚ ਸੇਮ ਕ੍ਰਾਈਸਿਸ ਹੈ। ਪੰਜਾਬ ਆਪਣੀ ਪ੍ਰੋਬਲਮ ਨਹੀਂ ਸੋਲਵ ਕਰ ਸਕਦਾ। ਆਈ ਐਮ ਫੁੱਲੀ ਕਨਵਿੰਸਡ, ਕਿਉਂਕਿ ਤੁਸੀਂ ਇੱਕ ਟੋਟਲ ਸੀਨ 'ਚ ਡਿਵੈਲਪਡ ਹੋ। ਆਪਾਂ ਫਿਰ ਉਹਦੇ 'ਚ ਕੀ ਹੁੰਦਾ, ਆਪਾਂ ਸਲੋਗਨ ਦਿੰਦੇ ਨੇ, ਉਹ ਇੰਪਲੀਮੈਂਟ ਹੁੰਦੇ ਨਹੀਂ। ਸੋ ਇਸ ਕਰਕੇ ਕੰਸੈਂਸਸ ਪੋਲਿਟਿਕਸ, ਚਾਹੇ ਉਹ ਕੈਨੇਡਾ ਹੈ ਚਾਹੇ USA ਹੈ, ਬਿਟਵੀਨ ਦੀ ਪਾਰਟੀ, ਨੈਸ਼ਨਲ ਪਾਰਟੀਜ਼ ਟੂ ਮੂਵ ਫੋਰਵਰਡ, ਉਹ ਤਾਂ ਹੀ ਸੋਲੂਸ਼ਨ ਹੋਣੀ ਹੈ। ਜੋਬਾਂ ਦੇ ਵੀ, ਐਮਪਲੋਇਮੈਂਟ ਦੇ ਵੀ, ਪ੍ਰਾਈਸਿਸ ਦੇ ਵੀ, ਹਾਊਸਿੰਗ ਦੇ ਵੀ। ਜੇ ਨੈਸ਼ਨਲ ਕੰਸੈਂਸਸ ਨੇ, ਕਨਫਲਿਕਟ ਬਹੁਤ ਜ਼ਿਆਦਾ ਹੈ, ਉਹ ਸੋਲਵ ਹੀ ਨਹੀਂ ਹੋਣੇ। 5-5, 10-10, 20 ਸਾਲ ਲੱਗ ਜਾਂਦੇ। ਸੋ ਦਿਸ ਇਜ਼ ਮਾਈ ਸੁਜੈਸ਼ਨ। ਸੁਖਪਾਲ ਜੀ, ਤੁਸੀਂ ਵਿੰਡਸਰ ਰਹਿੰਦੇ ਹੋ? ਹਾਂਜੀ, ਮੈਂ ਵਿੰਡਸਰ ਰਹਿੰਦਾ ਜੀ। ਓਕੇ, ਤੁਸੀਂ ਕਿਹਾ ਵੀ ਉੱਥੋਂ ਇੰਡਸਟਰੀ ਥੋੜੀ ਚਲੀ ਗਈ ਹੈ ਕਿਸੇ ਪਾਸੇ ਨੂੰ?
ਹਾਂਜੀ ਪਿਛਲੇ ਸਾਲਾਂ ਵਿੱਚ ਮਤਲਬ 15-20 ਸਾਲ ਵਿੱਚ ਅਸੀਂ ਦੇਖੀ ਹੈ ਜਿੱਦਾਂ ਮਤਲਬ ਟੂਲ ਐਂਡ 15-20 ਸਾਲ ਸਫਾਈਆ ਕਰਤਾ ਇਹਨਾਂ ਨੇ ਜਿਹੜੇ ਅਮਰੀਕਨ ਗੌਜ ਹੈਗੇ ਨਾ ਦੋਨੇ ਪਾਰਟੀਆਂ ਨੇ ਇਹਨਾਂ ਨੇ ਨਾ ਉਹ ਤਾਂ ਥੋੜੇ ਦਾ ਅਸਰ ਹੋਣਾ ਹੀ ਹੋਣਾ। ਇਹ ਦੋਨੇ ਪਾਰਟੀਆਂ ਨੇ, ਮੈਂ ਵੀ ਮੈਨੂਫੈਕਚਰਿੰਗ ਮਿਸ਼ੀਗਨ ਤੋਂ ਆ ਨਾ, ਇਹ ਤਾਂ ਇਹਨਾਂ ਨੇ ਜਿਹਨੂੰ ਤਾਂ ਨਹੀਂ ਹੈਗਾ ਮੈਨੂਫੈਕਚਰ ਦਾ ਮਤਲਬ ਕੋਈ ਨਹੀਂ ਹੈ, ਉਹ ਤਾਂ ਧੱਲੇ ਦੀਆਂ ਗਾਉਂਦੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ। ਜਿਹੜੇ ਕਿ ਓਹਾਇਓ, ਇੰਡੀਆਨਾ, ਇਲੀਨੋਇਸ ਜਿੰਨੀਆਂ ਸਟੇਟਾਂ ਨੇ ਸਾਰੀਆਂ, ਜਾਂ ਤੁਹਾਡੇ ਓਸ਼ਵਾ ਹੈਗਾ, ਤੁਹਾਡੇ ਵਿੰਡਜ਼ਰ ਹੈਗਾ, ਇਹ ਜਿਹੜੀ ਪਾਰਟੀ ਵੀ ਆ ਉਹ ਹੱਕ 'ਚ ਹੈਗੀ ਆ ਮੈਨੂਫੈਕਚਰਿੰਗ ਦੇ ਵਿੱਚ। ਹੋਰ ਅਸੈਂਸ਼ੀਅਲ ਥਿੰਗ ਦੀ ਗੱਲ ਕਰਦਾ ਮੈਂ। ਗੁਪਤਾ ਸਾਹਿਬ ਐਗਰੀ ਨਹੀਂ ਹੁੰਦੇ, ਕਹਿੰਦੇ ਕੋਈ ਨਹੀਂ ਇਹ ਗਲੋਬਲ ਮਾਰਕੀਟ ਦਾ ਕੋਈ ਨਹੀਂ ਪੈਂਦਾ। ਆ ਦੇ ਹੁਣ ਗੁਪਤਾ ਸਾਹਿਬ ਇਟਸ ਮਾਈ ਟਾਈਮ, ਆਈ ਨੈਵਰ ਟਾਕ ਦੈਟ ਵੈਨ ਯੂ ਆਰ देयर। ਅੱਛਾ ਗੁਪਤਾ ਸਾਹਿਬ, ਚੀਮਾ ਸਾਹਿਬ ਨੂੰ ਮੈਂ ਗੱਲ ਹੱਸ ਰਹੇ ਨੇ, ਮੈਂ ਇਹੀ ਗੱਲ ਕਰਦਾ ਹੁੰਦਾ ਵੀ ਵਿੱਚ। ਅੱਛਾ ਇਸ ਕਰਕੇ ਸੁਖਵਾਲ ਜੀ ਤੁਸੀਂ ਬੜਾ ਕੋਸ਼ਿਸ਼ ਕੀਤੀ ਆ ਵੀ ਮੈਨੂਫੈਕਚਰਿੰਗ ਦੀ ਹੋਰ ਗੱਲਬਾਤ ਆ। ਮੈਂ ਤਾਂ ਉਹ ਪਾਰਟੀ ਨੂੰ ਪਸੰਦ ਕਰੂੰਗਾ ਜਿਹੜਾ ਐਟ ਐਸੈਂਸ਼ੀਅਲ ਮੈਨੂਫੈਕਚਰਿੰਗ ਰੱਖੇਗੀ, ਚਾਹੇ ਉਹ ਤੁਹਾਡੀ ਕੰਜ਼ਰਵੇਟਿਵ ਹੋਵੇ ਚਾਹੇ ਤੁਹਾਡੀ ਐਨਡੀਪੀ ਹੋਵੇ। ਭਾਈ ਤੁਸੀਂ ਜਿਹੜੀ ਕਹੀ ਕੰਸੈਂਸਸ ਵਾਲੀ, ਮੇਰੇ ਖਿਆਲ ਨਾਲ ਇਹ ਵੀ ਤੁਹਾਡੀ ਵਿਸ਼ਫੁਲ ਥਿੰਕਿੰਗ ਹੈਗੀ ਹੈ। ਤੇ ਨਾਲ ਹੀ ਕਾਊਂਟਰ ਕੁਐਸਚਨ ਤੁਹਾਨੂੰ ਹੈ ਕਿ ਇਹ ਕੰਸੈਂਸਸ ਦੀ ਜ਼ਿੰਮੇਵਾਰੀ ਜਾਂ ਡਿਊਟੀ ਜਾਂ ਰਿਸਪੌਂਸਿਬਿਲਿਟੀ ਕਿਹਦੇ ਵੱਲ ਹੋਣੀ ਚਾਹੀਦੀ? ਸੈਂਟਰ ਵੱਲ ਜ਼ਿਆਦਾ ਹੋਣੀ ਚਾਹੀਦੀ ਜਾਂ ਸਟੇਟਸ ਵੱਲ ਜ਼ਿਆਦਾ ਹੋਣੀ ਚਾਹੀਦੀ? ਨਹੀਂ ਦੋਨੋਂ ਜਿਹੜੀ ਦੋਨੋਂ ਤਰਫ। ਕਿ ਰੀਜ਼ਨ ਹੈ ਕਿ ਉੱਪਰੋਂ ਜਿਹਦੇ ਕੋਲ ਪਾਵਰ ਹੈ, ਜਿਹਦਾ ਡੋਮੀਨੇਟਿੰਗ ਪੋਜੀਸ਼ਨ 'ਚ ਹੋਏਗਾ, ਉਹਦੀ ਰੋਲ ਜ਼ਿਆਦਾ ਹੋਏਗਾ, ਉਸ ਹਿਸਾਬ ਨਾਲ ਸੈਂਟਰ ਹੋਏਗਾ। ਜੇ ਸੈਂਟਰ ਦੀ ਕੰਸੈਂਸਸ ਹੋਊਗੀ ਉਹਨੂੰ ਕਰਨਾ ਪਏਗਾ, ਜੇ ਓਪੋਜ਼ ਕਰੇਗਾ ਫਿਰ ਨਹੀਂ ਹੋਏਗਾ। ਤਾਂ ਜੀ ਇਹ ਜਿਹੜੀਆਂ ਮੋਸਟਲੀ ਅਸੀਂ ਇੱਥੋਂ ਦੀਆਂ ਦੇਖਦੇ ਹੈਗੇ, ਇੱਥੇ ਮੋਸਟਲੀ ਜਿਹੜੇ ਪੈਕਟ ਬਣੇ ਹੈਗੇ ਆ, ਜਿਹੜੀ ਉਹਨਾਂ ਦੀ ਫੰਡਿੰਗ ਸੋਰਸਿਸ ਹੈਗੇ ਆ, ਜਾਂ ਜਿਹੜੀ ਪਰਸੈਂਟੇਜ ਆਫ ਫੰਡਿੰਗ ਜਾਣੀ ਹੈਗੀ ਪ੍ਰੋਵਿੰਸਿਸ ਨੂੰ, ਉਹ ਜਾਂਦੀ ਹੈਗੀ ਆ। ਉਹ ਇਹ ਨਹੀਂ ਹੈਗਾ ਜਿਵੇਂ ਤੁਸੀਂ ਇੰਡੀਆ ਦੇ ਹਿਸਾਬ ਨਾਲ ਕਰਦੇ ਹੈਗੇ ਆ। ਉਹ ਇੱਥੇ ਯਾਨੀ ਕਿ ਜਿਹੜਾ ਫਾਰਮੂਲਾ ਬਣਿਆ ਹੈਗਾ, ਦੇ ਵਰਕ ਔਨ ਦੈਟ ਵਨ, ਫੈਡਰਲ ਸਪਲਾਈ ਦੈਟ ਫੰਡਿੰਗ ਟੂ ਦੀ ਪ੍ਰਵੈਂਸ਼ਨ ਐਂਡ ਬਾਕੀ ਜਿਹੜਾ ਇਸ਼ੂ ਬੇਸਡ ਹੈਗੇ ਆ, ਇਸ਼ੂ ਜਿਹੜੇ ਫੈਡਰਲੀ ਇਸ਼ੂ ਹੈਗੇ ਆ ਉਹ ਡਿਫਰੈਂਟ ਹੈਗੇ ਆ। ਜਿਹੜੇ ਮੇਜਰ ਇਸ਼ੂਜ਼ 5 ਮੇਜਰ ਇਸ਼ੂ ਲਾਈਏ, ਪ੍ਰੋਵਿੰਸ਼ਲੀ ਡਿਫਰੈਂਟ ਹੋ ਜਾਂਦੇ ਹੈਗੇ ਆ। ਹਾਂ ਹੈਲਥ ਕੇਅਰ ਹੈਗਾ ਜਿਹੜਾ ਮੇਜਰ ਸਾਡਾ ਯਾਨੀ ਕਿ ਸੋਰਸ ਆਫ ਦੈਟ। ਹਾਂ ਉੱਥੇ ਇਹਨਾਂ ਦਾ ਫੈਡਰਲ ਦੇ ਨਾਲ ਕੰਪੈਕਟ ਇਹਨਾਂ ਦਾ ਹੈਗਾ ਵੀ ਇੰਨੇ ਪਰਸੈਂਟ ਤੁਹਾਨੂੰ ਮਿਲਣੀ ਹੈਗੀ ਆ, ਬਾਕੀ ਉਹਨਾਂ ਨੇ ਕਿੰਨੇ ਪਰਸੈਂਟ ਲਾਉਣੀ ਹੈਗੀ ਆ। ਜਦੋਂ ਉਹ ਕੱਟ ਕਰਦੇ ਹੈਗੇ ਉਦੋਂ ਪ੍ਰੋਬਲਮਸ ਪੈਂਦੀਆਂ ਹੈਗੀਆਂ ਵੀ ਹੈਲਥ ਕੇਅਰ 'ਚ ਫੰਡਿੰਗ ਕੱਟ ਹੋ ਰਹੀ ਹੈ, ਕਿਉਂਕਿ ਇੱਥੇ ਸਾਰੀ ਗਵਰਨਮੈਂਟ ਫੰਡਡ ਹੈਲਥ ਕੇਅਰ ਹੈਗਾ। ਉਸ ਹਿਸਾਬ ਨਾਲ ਵੀ ਇਹ 'ਚ ਯਾਨੀ ਕਿ ਡਿਫਰੈਂਟ ਕਈ ਵਾਰੀ ਹੁੰਦਾ ਹੈਗਾ ਵੀ ਜੇ ਪ੍ਰੋਵਿੰਸ ਦੇ ਵਿੱਚ ਡਿਫਰੈਂਟ ਗਵਰਨਮੈਂਟ ਹੈਗੀ ਹੈ, ਫੈਡਰਲ 'ਚ ਡਿਫਰੈਂਟ, ਦੇ ਮੇ ਬੀ ਪ੍ਰੋਗਰੈਸ ਸਮਟਾਈਮਸ। ਸ਼ੌਰਤ ਸਿੰਘ ਜੀ ਫਾਈਨਲ ਕਰ ਦਿਓ। ਮੈਂ ਤਾਂ ਜੀਵਨ ਗਹਿਲੋਤ ਦੀ ਗੱਲ ਨਾਲ ਵੀ ਸਹਿਮਤ ਹਾਂ ਕਿ ਇਹ ਜਿਹੜਾ ਇਹ ਰਿਲੇਸ਼ਨਸ਼ਿਪ ਆ ਫੰਡਿੰਗ ਦਾ, ਇਹ ਤਾਂ ਇੱਕ ਐਕਸੈਪਟਡ ਫਾਰਮੂਲਾ ਹੈ ਜਿਹੜਾ ਐਗਰੀਡ ਆ ਹੋਣਾ ਚਾਹੀਦਾ। ਉਹ ਸੈਂਟਰ ਦੇ ਵਿੱਚ ਕੋਈ ਵੀ ਗੱਲ ਹੋਵੇ, ਅਦਰਵਾਈਜ਼ ਤਾਂ ਫਿਰ ਉਹ ਉਹਨਾਂ ਦੀ ਮਰਜ਼ੀ ਤੇ ਹੋ ਗਿਆ ਵੀ ਉਹ ਤਾਂ ਫਿਰ ਉਹ ਫੈਡਰਲ ਗਵਰਨਮੈਂਟ ਦੀ ਮਰਜ਼ੀ ਤੇ ਜਿਹਦੇ ਨਾਲ ਕੰਸੈਸ਼ਨ ਉਹਨਾਂ ਦੇ ਰਲੇਗੀ ਉਹਨੂੰ ਹੀ ਉਹ ਕਰਨਗੇ, ਜਿਵੇਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੁੰਦਾ। ਉਹ ਦੈਟ ਇਜ਼ ਨਾਟ ਗੋਇੰਗ ਟੂ ਹੈਪਨ ਹੀਅਰ। ਉਹ ਤਾਂ ਫਾਰਮੂਲਾ ਜਿਹੜਾ ਜਿਸ ਤਰ੍ਹਾਂ ਬਣਿਆ ਉਹਦੀ ਫੰਡਿੰਗ ਹੋ ਜਾਏਗੀ, ਉਹਨਾਂ ਦੀ ਕੰਸੈਂਸਸ ਉਹਨਾਂ ਨਾਲ ਬਣੇ ਭਾਵੇਂ ਨਾ ਬਣੇ। ਠੀਕ, ਬਿਊਟੀਫੁਲ। ਸੁਖਪਾਲ ਜੀ ਤੁਸੀਂ ਮੈਨੂਫੈਕਚਰਿੰਗ ਨਾਲ ਗੱਲ ਕੀਤੀ ਹੈ। ਮੈਂ ਸਾਡੇ ਨਾ ਫੂਡ, ਬੱਚਿਆਂ ਦਾ ਫੂਡ ਖਤਮ ਹੋ ਗਿਆ, ਖਾਲੀ ਪਈਆਂ ਨੇ। 1 ਮਿਲੀਅਨ ਪਤਾ ਨਹੀਂ ਉੱਥੋਂ ਮੰਗਾਏ ਨੇ ਫੂਡ ਦੇ ਡੱਬੇ, ਨਿੱਕੇ ਡੱਬੀਆਂ ਜੀਆਂ ਆਸਟ੍ਰੇਲੀਆ ਤੋਂ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਜਿਹੜੇ ਬੰਦੇ ਲੀਡਰ ਬਣੇ ਹੋਏ ਚਾਹੇ ਦੋਨੇ ਪਾਰਟੀਆਂ ਦੇ। ਸਾਡੀ ਐਸੈਂਸ਼ੀਅਲ ਮੈਨੂਫੈਕਚਰਿੰਗ ਅਸੀਂ ਰੱਖ ਰਹੇ ਇੱਥੇ। ਕੱਲ ਨੂੰ ਕੋਈ ਲੜਾਈ ਚੱਲ ਜਾਵੇ ਯੂਕਰੇਨ ਵਾਂਗੂ, ਫਿਰ ਅਸੀਂ ਇੱਥੇ ਬੈਠੇ ਨਾ ਅਸੀਂ ਲੜ ਕੇ ਇੱਕ ਦੂਜੇ ਤੋਂ ਖੋਲ ਜਾਣ ਸ਼ੁਰੂ ਕਰ ਲਾਂਗੇ, ਗੰਨਾ ਲਿਆ ਕੇ ਇੱਕ ਦੂਜੇ ਦੇ ਉੱਪਰ। ਗੰਨਾ ਤਾਂ ਆਲਰੇਡੀ ਹੈਗੀ ਨਹੀਂ ਹੈਗੀ। ਨਹੀਂ, ਉਹ ਅਮਰੀਕਾ ਵਿੱਚ ਐਕਚੁਅਲੀ ਉਹ ਵਾਰ ਐਕਟ ਲਾ ਦਿੰਦੇ, ਜਿੱਦਾਂ ਟਰੰਪ ਨੇ ਲਾਇਆ ਸੀਗਾ। ਫਿਰ ਕੋਈ ਵੀ ਕੰਪਨੀ ਹੋਵੇ ਉਹਨੂੰ ਮੈਨੂਫੈਕਚਰ ਕਰਨਾ ਪੈਂਦਾ। ਉਹ ਤਾਂ ਤੁਸੀਂ ਨਾ ਕਰੋ। ਹਾਂਜੀ, ਇੰਡਸਟਰੀ ਦੀ ਗੱਲ ਕਰੂੰਗਾ। ਆਟੋ ਇੰਡਸਟਰੀ, ਤੁਸੀਂ ਮਿਸ਼ੀਗਨ ਰਹਿੰਦੇ, ਮੈਂ ਮਿਸ਼ੀਗਨ ਕੰਮ ਕਰਦਾ। ਵੀ ਬਿਗ 3 ਜਾਂ ਬਿਗ ਕਾਰਪੋਰੇਸ਼ਨਸ ਆ, ਅਸੀਂ ਉਹਨਾਂ ਨੂੰ ਕੈਨੇਡਾ ਨਾਲ ਦੇਖਿਆ ਜਾਵੇ, ਬਿਗ ਕਾਰਪੋਰੇਸ਼ਨ ਸੀਗੀਆਂ, ਉਹ ਡਿਸੀਜਨ ਮੇਕਰ ਆ। ਔਸ਼ਵਾ ਤੋਂ ਪਲਾਂਟ ਚੱਕਣਾ, ਵਿੰਡ ਬੰਦ ਕਰਨਾ, ਉਹ ਸਾਰੇ ਦੇ ਆਰ ਬੇਸਡ ਇਨ US। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਾਸਟ ਸੇਵਿੰਗ। ਮੈਂ ਐਗਜ਼ਾਮਪਲ ਦਿੰਦਾ, ਵਿੰਡਜ਼ਰ ਦੇ ਟੂਲ ਐਂਡ ਡਾਈ ਦਾ ਹੱਬ ਹੁੰਦਾ ਸੀਗਾ, ਮਿਸ਼ੀਗਨ ਵਿੱਚ ਵੀ ਸੀਗਾ ਟੂਲ ਐਂਡ ਡਾਈ ਦਾ ਹੱਬ ਸੀਗਾ, ਜਿਹੜਾ ਕਿ ਖਤਮ ਹੋਇਆ ਇਹ ਜਾਂ ਤੈਵਾਨ ਜਾਂ ਚਾਈਨਾ ਚਲਾ ਗਿਆ। ਸਪੋਜ਼ ਮੈਂ ਕਹਿੰਦਾ ਵੀ ਤੁਹਾਨੂੰ 2x2 ਦਾ ਇੱਕ ਸਟੈਂਪਿੰਗ ਟੂਲ ਆ ਜਿਹੜਾ, ਜਿਹਨੂੰ ਆਪਾਂ ਡਾਈ ਕਹਿੰਦੇ ਆ, ਇੱਥੇ ਬਣਦਾ, ਇੱਥੇ ਯੂਨੀਅਨ ਵਾਲੇ ਬਣਾਉਂਦੇ ਆ। ਉਹ 2 ਦਿਨ ਚ ਬਣਨ ਵਾਲਾ ਹੁੰਦਾ, ਉਹਨੂੰ 7 ਦਿਨ ਲਾ ਦਿੰਦੇ ਓਵਰ ਟਾਈਮ ਕਰਕੇ। 50,000 ਦਾ ਟੂਲ ਐਂਡ ਮਟੀਰੀਅਲ ਪਾ ਕੇ ਕਲਾਸ ਨਹੀਂ ਕਰੋਗੇ। ਚਾਈਨਾ ਵਿੱਚੋਂ 1 ਵੀਕ ਦੇ ਅੰਦਰ ਤੁਸੀਂ ਆਰਡਰ ਕਰੋ, ਬਣ ਕੇ ਤਿਆਰ
ਤੁਹਾਨੂੰ ਟੈਕਨੀਕਲ ਸਪੈਕ ਨਾਲ ਤੁਹਾਡੇ ਡੋਰ ਤੇ ਹੋਊਗਾ। ਇਸ ਕਰਕੇ ਮੈਨੂਫੈਕਚਰਿੰਗ ਪਲੱਸ ਜਿਹੜੀ ਐਸੈਂਸ਼ੀਅਲ ਮੈਨੂਫੈਕਚਰਿੰਗ ਸੀਗੀ ਜਾਂ ਕੋਈ ਵੀ ਮੈਨੂਫੈਕਚਰਿੰਗ ਸੀਗੀ, ਕਾਰਪੋਰੇਸ਼ਨਸ ਨੇ, ਅਮਰੀਕਨ ਸੈਨੇਟਰ ਇਹਨਾਂ ਦੇ ਉੱਧਰ ਇੰਟਰਸਟ ਆ। ਜਦੋਂ ਉਹ ਕੀ ਨਾਮ ਸੀਗਾ, ਉਹਨਾਂ ਨੇ ਉੱਥੇ ਮੂਵ ਕੀਤੀ ਆ। ਈਵਨ ਬਾਈਡਨ ਵੀ ਹੁਣ ਮੂਵ ਕਰ ਰਿਹਾ। ਥੋੜਾ ਟਰੰਪ ਨੇ ਥੋੜਾ ਜਿਹਾ ਕੀਤਾ ਸੀਗਾ, ਲੇਕਿਨ ਉਹਨੂੰ ਸੈਟਬੈਕ ਹੋ ਗਿਆ, ਉਹ ਹਾਰ ਗਿਆ, ਤੇ ਹੁਣ ਵੀ ਉੱਥੇ ਮੂਵ ਹੋ ਰਿਹਾ। ਹੁਣ ਜੀਐਮ ਜਾਂ ਹੋਰ ਵੱਡੀਆਂ ਜਿਹੜੀਆਂ ਕਾਰਪੋਰੇਸ਼ਨ ਸੀਗੀਆਂ, ਹੁਣ ਤੁਸੀਂ ਦੇਖੋ ਜਿਹੜੀ ਬੈਟਰੀ ਦੇ ਪਲਾਂਟ ਆ, ਦੇ ਆਰ ਨਾਟ ਅਮਰੀਕਨ ਪਲਾਂਟ, ਈਦਰ ਦੇ ਆਰ ਕੋਰੀਅਨ ਔਰ ਚਾਈਨੀਜ਼, ਕਿਉਂਕਿ ਟੈਕਨੋਲੋਜੀ ਉੱਥੇ ਆ। ਗੁਪਤਾ ਜੀ ਤੁਸੀਂ ਕਿਹਾ ਸੀਗਾ, ਮੈਂ ਮਾਫ ਕਰਿਓ, ਤੁਸੀਂ ਯੂਰਪ ਬਾਰੇ ਕਿਹਾ ਸੀਗਾ, ਬਟ ਜਿਹੜਾ ਯੂਰਪ ਆ, ਯੂਰਪ ਤਾਂ ਐਸੈਂਸ਼ੀਅਲ ਤੁਸੀਂ ਦੇਖਿਓ 20 ਜਾਂ 25 ਈਅਰ ਚ ਉਹਨਾਂ ਦੀ ਬਿਗ ਕੰਟਰੀਜ਼ ਜਿਹੜੀਆਂ ਹੈਗੀਆਂ ਉਹ ਮਤਲਬ ਬੈਂਕਰਪਟ ਹੋਣ ਦੇ ਕਗਾਰ ਤੇ ਆ ਜਾਣਗੀਆਂ। ਜਿਵੇਂ ਜਰਮਨੀ ਆ, ਫਰਾਂਸ ਆ, ਇਹਨਾਂ ਦਾ ਕੋਈ ਆਊਟਪੁੱਟ ਹੀ ਨਹੀਂ ਹੈਗਾ। ਹੁਣ ਬੀਮਰ ਖਰੀਦੋ 70,000 ਯੂਰੋ ਦੀ ਆਉਂਦੀ ਆ ਬੇਸ ਮਾਡਲ ਉੱਤੇ, ਫਿਲਹਾਲ 25,000 ਯੂਰੋ ਚ ਵੇਚਦਾ, ਹੋਰ ਫੁੱਲੀ ਇਲੈਕਟ੍ਰਿਕ। ਕਿੰਨੇ ਦਿਨ ਚੱਲੂਗੀ ਬੀਮਰ ਦੱਸੋ? ਨਹੀਂ ਚੱਲਦੀ। ਇਹ ਜਿਹੜਾ ਫ੍ਰੀ ਟ੍ਰੇਡ ਆ ਨਾ, ਇਹ ਸਾਰਾ ਕੁਝ ਲੈਣਾ ਦੇਣਾ ਫ੍ਰੀ ਟ੍ਰੇਡ ਨਾਲ। ਜੋ ਤੁਸੀਂ ਫ੍ਰੀ ਟ੍ਰੇਡ ਕਰਦੇ ਆ ਚਾਈਨਾ ਚ, ਹੁਣ ਮੈਕਸੀਕੋ ਚ ਦੇ ਲਓ, $1 ਆਵਰਲੀ ਵੇਜ ਆ ਉਹਨਾਂ ਦੀ ਸਾਰੀਆਂ ਕੰਪਨੀਆਂ। ਇੱਥੇ $35 ਵਿੰਡਜ਼ਰ ਚ ਲੈਂਦੇ ਆ ਯੂਨੀਅਨਾਈਜ਼ਡ। ਸੁਖਪਾਲ ਜੀ, ਮੈਂ ਤੁਹਾਡਾ ਇਸ ਚੀਜ਼ ਨੂੰ ਐਡ ਕਰਦਾ, ਜਿਸ ਤਰ੍ਹਾਂ ਤੁਹਾਡੇ ਇਲੈਕਟ੍ਰਿਕ ਦੇ ਵੱਡੇ ਵੱਡੇ ਟਾਵਰ ਹੈ ਕਿ ਨਹੀਂ, ਉਹਨਾਂ ਦੇ ਗ੍ਰਿਡ ਲੱਗਦੇ ਆ, ਮੇਡ ਇਨ ਚਾਈਨਾ ਹੈਗਾ, ਚਾਈਨਾ ਦੇ ਵਿੱਚ ਉੱਥੋਂ ਬੈਠੇ ਕੰਟਰੋਲ ਕਰਦੇ ਆ। ਕੱਲ ਨੂੰ ਤੁਹਾਡੀ ਇਲੈਕਟ੍ਰਿਸਿਟੀ ਫੇਲ ਹੋ ਜਾਏਗੀ, ਤੁਹਾਡਾ ਤੁਸੀਂ ਇਹ ਤਾਂ ਤੁਹਾਨੂੰ ਸੋਚਣਾ ਹੀ ਪਏਗਾ ਕਿ ਯੂ ਹੈਵ ਟੂ ਲਿਟਲ ਕੰਟਰੋਲ ਇਟ ਐਂਡ ਹੈਵ ਟੂ ਬੀ ਐਸੈਂਸ਼ੀਅਲ ਸਟਫ ਟੂ ਬੀ ਕੀਪ ਇਟ। ਕਰਨਗੇ ਨਹੀਂ ਕਰਨਗੇ, ਠਹਿਰ ਕੇ ਕਰ ਲੈਣਗੇ। ਕੋਈ ਵੈਰੀ ਮਚ ਐਵਰੀਬਾਡੀ। ਆਈ ਐਮ ਗੁੱਡ, ਥੈਂਕ ਯੂ।